ਤੁਸੀਂ ਦੇਖਦੇ ਹੋ ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੀ। ਮੈਂ ਜੱਸੀ ਸੈਣੀ ਤਹਿਲਕਾ ਪੰਜਾਬ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਸੋ ਦੋਸਤੋ, ਹਮੇਸ਼ਾ ਦੀ ਤਰ੍ਹਾਂ ਕਰੋਨਾ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਅਸੀਂ ਅੱਜ ਫਿਰ ਇੱਕ ਵਾਰ ਹਾਜ਼ਰ ਹਾਂ ਤੇ ਮੇਰੇ ਨਾਲ ਹਨ ਬਹੁਤ ਹੀ ਵਧੀਆ ਸ਼ਖਸੀਅਤ ਜਸਵਿੰਦਰ ਕੌਰ ਤੇਜੀ ਜੀ। ਤੇ ਅਸੀਂ ਅੱਜ ਆਪਣੇ ਇਸ ਪ੍ਰੋਗਰਾਮ ਤਹਿਲਕਾ ਪੰਜਾਬ ਦੇ ਵਿੱਚ ਕਰੋਨਾ ਅਪਡੇਟ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਦੀ ਕਰੋਨਾ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਕਿ ਪੂਰੇ ਦੇਸ਼ ਪੂਰੀ ਦੁਨੀਆ ਜਿੱਥੇ ਅੱਜ ਕਰੋਨਾ ਦੀ ਜਿਹੜੀ ਮਾਰ ਆ ਉਹ ਝੱਲਣ ਨੂੰ ਮਜਬੂਰ ਆ। ਇਸ ਵੇਲੇ ਪੂਰੀ ਦੁਨੀਆ ਵਿੱਚ ਜਿਹੜੀ ਕਰੋਨਾ ਦੀ ਮਰੀਜ਼ਾਂ ਦੀ ਤੇਜ਼ੀ ਗਿਣਤੀ ਜਿਹੜੀ 70 ਲੱਖ ਦੇ ਪਾਰ ਹੋ ਚੁੱਕੀ ਆ ਤੇ ਮੌਤਾਂ ਦੀ ਗਿਣਤੀ ਜਿਹੜੀ 4 ਲੱਖ ਤੋਂ ਵੀ ਜਿਹੜੀ ਪਾਰ ਹੋ ਚੁੱਕੀ ਆ। ਇਸੇ ਤਰ੍ਹਾਂ ਪੂਰੇ ਭਾਰਤ ਦੇਸ਼ ਵਿੱਚ ਜਿਹੜੀ ਮਰੀਜ਼ਾਂ ਦੀ ਗਿਣਤੀ ਆ 2 ਲੱਖ ਜਿਹੜੀ ਆ 57,000 ਤੋਂ ਪਾਰ ਹੋ ਚੁੱਕੀ ਆ ਤੇ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਆ ਉਹ 7400 ਦਾ ਅੰਕੜਾ ਤੇਜ਼ੀ ਜਿਹੜਾ ਪਾਰ ਕਰ ਚੁੱਕੀ ਆ ਕਿ ਇਹ ਇੱਕ ਆਪਣੀ ਰਾਹਤ ਭਰੀ ਜਿਹੜੀ ਗੱਲ ਆ ਕਿ ਮਰੀਜ਼ਾਂ ਦੀ ਗਿਣਤੀ ਜਿਹੜੀ ਠੀਕ ਹੋਣ ਵਾਲੀ ਆ ਉਹ 1,28,000 ਦਾ ਅੰਕੜਾ ਜਿਹੜਾ ਤੇਜ਼ੀ ਪਾਰ ਕਰ ਚੁੱਕੀ। ਪਰ ਪਿਛਲੇ 24 ਘੰਟਿਆਂ ਵਿੱਚ ਜਿਹੜੇ ਆ ਮਰੀਜ਼ਾਂ ਦੀ ਗਿਣਤੀ ਦੇ ਜਿਹੜੇ 9000 ਤੋਂ ਵੱਧ ਜਿਹੜੇ ਅੰਕੜੇ ਆ ਸਾਡੇ ਸਾਹਮਣੇ ਆਏ ਨੇ ਤੇ ਜਿਨ੍ਹਾਂ ਦੇ ਵਿੱਚ ਜਿਹੜੀ 24 ਘੰਟਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਸੀਗੀ ਉਹ 365 ਦੇ ਅੰਕੜਿਆਂ ਦੀ ਸੀ। ਤੇ ਕਿਤੇ ਨਾ ਕਿਤੇ ਜਿਹੜਾ ਇਹ ਰੋਜ਼ 9-10 ਹਜ਼ਾਰ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ। ਤੇ ਹੁਣ ਮੈਂ ਆਪਾਂ ਨੂੰ ਇੱਕ ਅਪਡੇਟ ਆਈ ਹੈ ਕਿ ਦਿੱਲੀ ਵਿੱਚ ਇੱਕ ਅਧਿਐਨ ਐਸਟੀਮੇਟ ਲਗਾਇਆ ਗਿਆ ਕਿ 15 ਜੁਲਾਈ ਤੱਕ ਜਿਹੜੇ ਦਿੱਲੀ ਵਿੱਚ ਕੇਸ ਆ 5 ਲੱਖ ਤੱਕ ਪਹੁੰਚਣ ਦੀ ਆਸ ਹੈ ਤੇ ਪੂਰੀ ਦੇਸ਼ ਵਿੱਚ ਜਿਹੜੀ ਇਸ ਵੇਲੇ 2.5 ਲੱਖ ਦੇ ਕਰੀਬ ਆ ਸ਼ਾਇਦ ਉਹ ਆਉਣ ਵਾਲੇ 15 ਤੱਕ 10 ਲੱਖ ਦਾ ਅੰਕੜਾ ਜਿਹੜਾ ਪਾ ਕਰ ਸਕਦੀ ਕਿ ਇਹ ਜਿਹੜੀ ਕਰੋਨਾ ਇਹ ਤੇਜ਼ੀ ਲਗਾਤਾਰ ਪੈਰ ਪਸਾਰ ਰਿਹਾ। ਲੋਕੀ ਹਜੇ ਵੀ ਸੜਕਾਂ 'ਤੇ ਬਿਨਾਂ ਮਾਸਕ ਲਾਏ ਘੁੰਮ ਰਹੇ ਨੇ। ਸਰਕਾਰਾਂ ਹਦਾਇਤਾਂ ਕਰ ਰਹੀਆਂ ਨੇ, ਕਿਤੇ ਸਰਕਾਰਾਂ ਮਤਲਬ ਕਿ ਲੋਕਾਂ ਦੀ ਇਸ ਮਤਲਬ ਕਿ ਲੋਕਾਂ ਵੱਲ ਵੇਖਦੇ ਹੋਏ ਉਹਨਾਂ ਦੇ ਚਲਾਨ ਵੀ ਕੱਟ ਰਹੀ ਆ ਕਿ ਉਹਨਾਂ ਨੂੰ ਹਦਾਇਤਾਂ ਦੇ ਕਿ ਤੁਸੀਂ ਆਪਣਾ ਆਪ ਬਚਾ ਰੱਖੋ। ਹਾਂਜੀ, ਉਹ ਤਾਂ ਪੁਲਿਸ ਵਾਲੇ ਤਾਂ ਪਿਛਲੇ ਆਪਾਂ ਨੂੰ 2-2.5 ਮਹੀਨਿਆਂ ਤੋਂ ਖਬਰਦਾਰ ਕਰ ਹੀ ਰਹੇ ਆ ਜੀ। ਤੇ ਕਿਤੇ ਨਾ ਕਿਤੇ ਸਾਡੀ ਗਲਤੀ ਆ ਕਿ ਅਸੀਂ ਨਹੀਂ ਮੰਨਦੇ ਜੀ। ਤੇ ਜਿਹੜਾ ਦਿੱਲੀ ਦੇ ਵਿੱਚ ਆ ਉੱਥੇ ਸੰਘਣੀ ਵਸੋਂ ਹੋਣ ਦੇ ਕਰਕੇ ਜੀ ਦਿੱਲੀ ਵਿੱਚ ਜ਼ਿਆਦਾ ਬੁਰਾ ਹਾਲ ਹੋ ਰਿਹਾ ਜੀ। ਕਿਉਂਕਿ ਉੱਥੋਂ ਇਹ ਨਹੀਂ ਪਤਾ ਵੀ ਕਿਹੜਾ ਮਰੀਜ਼ ਦੁਕਾਨ ਤੋਂ ਕਿਹੜੀ ਚੀਜ਼ ਲੈ ਕੇ ਛੂਹ ਕੇ ਗਿਆ ਹੋਵੇ, ਦੂਸਰਾ ਕਸਟਮਰ ਆਉਂਦਾ ਉਹ ਵੀ ਉਸ ਚੀਜ਼ ਨੂੰ ਛੂੰਹਦਾ ਜੀ ਤੇ ਉਹਦੇ ਕਰਕੇ ਦਿੱਲੀ ਵਿੱਚ ਜਿਹੜੇ ਕੇਸ ਆ ਉਹ ਜ਼ਿਆਦਾ ਵਧੀ ਜਾਂਦੇ ਆ ਤੇ ਉੱਥੇ ਦੀ ਜਿਹੜੀ ਜਨਤਾ ਬਹੁਤ ਪਰੇਸ਼ਾਨ ਹੋ ਚੁੱਕੀ ਆ। ਉਹਨਾਂ ਨੂੰ ਹੁਣ ਤਾਂ ਕਿਸੇ ਦੀ ਤਸੱਲੀ ਵੀ ਨਹੀਂ ਚੰਗੀ ਲੱਗਦੀ, ਬਹੁਤ ਕਲਪਦੇ ਪਏ ਆ ਜੀ। ਕਿਤੇ ਨਾ ਕਿਤੇ ਹੁਣ ਜਿਹੜੇ 8 ਤਰੀਕ ਨੂੰ ਐਲਾਨ ਕੀਤਾ ਸੀਗਾ, ਕੱਲ ਤੋਂ ਤੁਸੀਂ ਆਪਾਂ ਦੇਖਿਆ ਕਿ ਜਿਹੜੇ 8 ਤਰੀਕ ਤੋਂ ਐਲਾਨ ਕੀਤਾ ਸੀ ਜਿਹੜੇ ਕਿ ਪਿਛਲੇ 2.5 ਮਹੀਨਿਆਂ ਤੋਂ ਬੰਦ ਪਏ ਸਨ, ਜਿਨ੍ਹਾਂ ਨੂੰ ਆਪਾਂ ਧਾਰਮਿਕ ਸਥਾਨ ਜਾਂ ਸ਼ਾਪਿੰਗ ਮਾਲ ਕਹਿ ਸਕਦੇ ਹਾਂ, ਇਹ ਜਾਂ ਹੋਟਲਸ ਰੈਸਟੋਰੈਂਟ ਹੋ ਗਏ, ਇਹ ਕੱਲ 8 ਜੂਨ ਤੋਂ ਜਿਹੜੇ ਆ ਬਹਾਲ ਹੋ ਚੁੱਕੇ ਨੇ, ਖੁੱਲ੍ਹ ਚੁੱਕੇ ਨੇ ਕਿ ਕਿਤੇ ਨਾ ਕਿਤੇ ਮੰਦਰਾਂ ਗੁਰਦੁਆਰਿਆਂ ਵਿੱਚ ਸੰਗਤਾਂ ਦੀ ਜਿਹੜੀ ਭੀੜ ਆ ਉਹ ਵੱਧਦੀ ਨਜ਼ਰ ਆ ਰਹੀ ਆ ਕਿ ਆਪਾਂ ਨੇ ਆਉਣ ਵਾਲਾ ਕਿਤੇ ਇਹ ਜਿਹੜਾ ਆਪਾਂ ਧਾਰਮਿਕ ਸਥਾਨਾਂ ਨੂੰ ਜਿਹੜਾ ਖੋਲ੍ਹਿਆ ਗਿਆ ਕਿਤੇ ਨਾ ਕਿਤੇ ਇਹ ਸਾਡੇ ਮਤਲਬ ਕਿ ਕਰੋਨਾ ਨੂੰ ਜਿਹੜੀ ਆ ਮਰੀਜ਼ਾਂ ਦੀ ਗਿਣਤੀ ਜਿਹੜੀ ਵੱਧ ਰਹੀ ਆ ਉਹਦੇ ਵਿੱਚ ਹੋਰ ਤੇਜ਼ੀ ਨਾਲ ਕਿਤੇ ਇਜ਼ਾਫਾ ਨਾ ਹੋਵੇ। ਹਾਂਜੀ, ਇਹ ਪਤਾ ਕਿੱਦਾਂ ਜਦੋਂ ਸਾਰੇ ਜਣੇ ਹੁਣ ਫਟਾਫਟ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਰਹੇ ਤਾਂ ਖੁੱਲਾ ਸੱਦਾ ਦੇ ਰਹੇ ਆ ਜੀ ਇਹਨੂੰ ਕਰੋਨਾ ਦੀ ਬਿਮਾਰੀ ਨੂੰ ਜੀ। ਤੇ ਜਦ ਕਿ ਨਹੀਂ ਹੋਣਾ ਚਾਹੀਦਾ, ਪਤਾ ਨਹੀਂ ਘਰ ਵਿੱਚ ਕਿਉਂ ਨਹੀਂ ਆਪਾਂ ਬੈਠ ਸਕਦੇ ਜੀ। ਤੇ ਚਲੋ ਕੰਮ ਕਰਨ ਵਾਲੇ ਤਾਂ ਸਾਰੇ ਹੀ ਮੈਂਬਰ ਨਹੀਂ ਕਰਦੇ ਕੰਮ ਜੀ। ਜਿੱਦਾਂ ਹਾਊਸ ਵਾਈਫ ਨੇ ਉਹਨਾਂ ਨੇ ਤਾਂ ਘਰ ਹੀ ਰਹਿਣਾ ਹੁੰਦਾ ਜੀ ਤੇ ਉਹਨਾਂ ਨੂੰ ਵੀ ਚਾਹੀਦਾ ਆਪਣੇ ਬੱਚਿਆਂ ਨੂੰ ਘਰ ਰੱਖਣ ਕਿਉਂਕਿ ਹਾਲੇ ਸਕੂਲ ਦੀਆਂ ਛੁੱਟੀਆਂ ਚੱਲਦੀਆਂ ਪਈਆਂ ਜੀ ਤੇ ਬੱਚਿਆਂ ਨੂੰ ਬਾਹਰ ਨਾ ਭੇਜਣ ਜੀ। ਚਲੋ ਜਿੰਨੇ ਦਾ ਬਚਾਅ ਹੋ ਸਕਦਾ ਉਨੇ ਤਾਂ ਕਰੋ ਜੀ। ਹਾਂਜੀ। ਤੇ ਇੱਕ ਇਹ ਦੇਖੋ ਕਿ ਹੁਣ ਕੱਲ ਮਤਲਬ ਕਿ ਜਦੋਂ ਇਹ ਧਾਰਮਿਕ ਸਥਾਨ ਖੋਲ੍ਹੇ ਗਏ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਕਾਫੀ ਭਾਰੀ ਗਿਣਤੀ ਵਿੱਚ ਲੋਕੀ ਨਤਮਸਤਕ ਹੋਣ ਲਈ ਉੱਥੇ ਪਹੁੰਚੇ। ਉਹ ਵੀ ਜਿਹੜੇ ਧਾਰਮਿਕ ਸਥਾਨ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਉੱਥੇ ਵੀ ਸੰਗਤਾਂ ਕਾਫੀ ਜੋਰਾਂ ਸ਼ੋਰਾਂ ਦੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤਾਂ ਪਹੁੰਚੀਆਂ। ਪਰ ਕਿਤੇ ਨਾ ਕਿਤੇ ਇਹ ਮਤਲਬ ਕਿ ਖਤਰਾ ਤਾਂ ਹੈ ਇਸ ਬਿਮਾਰੀ ਤੋਂ, ਪਰ ਲੋਕੀ ਸਮਝ ਨਹੀਂ ਰਹੇ ਕਿਉਂਕਿ ਜੇ ਗੁਰਦੁਆਰੇ ਫਟਾਫਟ ਜਾ ਕੇ ਉੱਥੇ ਅਰਦਾਸਾਂ ਕਰਨੀਆਂ ਆਪਣੇ ਘਰ ਬੈਠ ਕੇ ਵੀ ਤਾਂ ਕਰ ਹੀ ਸਕਦੇ ਆ ਜੀ। ਤੇ ਗੁਰਦੁਆਰੇ ਜਾ ਕੇ ਕੋਈ ਅਰਦਾਸ ਪਰਮਾਤਮਾ ਜਲਦੀ ਨਹੀਂ ਸੁਣਦਾ ਜੀ ਕਿਉਂਕਿ ਪਰਮਾਤਮਾ ਤਾਂ ਤੁਹਾਡੇ ਹਿਰਦੇ ਵਿੱਚ ਬੈਠੇ ਆ ਜੀ ਤੇ ਤੁਸੀਂ ਹਿਰਦੇ ਤੋਂ ਚੰਗੇ ਚੱਲਦੇ ਆ ਤੇ ਪਰਮਾਤਮਾ ਤਾਂ ਤੁਹਾਡੇ ਨਾਲ ਹਰ ਪਲ ਚੱਲਦੇ ਪਏ ਆ ਜੀ ਤੇ ਉਹਨੂੰ ਸਪੈਸ਼ਲ ਜਾ ਕੇ ਗੁਰਦੁਆਰੇ ਦੇ ਵਿੱਚ ਲੱਭਣਾ ਉਹ ਚੰਗੀ ਗੱਲ ਨਹੀਂ ਕਿਉਂਕਿ ਤੁਸੀਂ
ਆਪਾਂ ਸਾਰੇ ਕਿਹੜੇ ਮਾਹੌਲ ਚੋਂ ਗੁਜ਼ਰ ਰਹੇ ਆ ਜੀ ਜੀ ਤੇ ਸਾਨੂੰ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਜੀ ਜੀ ਹੁਣ ਪੂਰੇ ਪੰਜਾਬ ਵਿੱਚ ਤੇ ਜੀ ਦੇਖ ਲਓ ਕਿ ਅੰਮ੍ਰਿਤਸਰ ਤੇ ਇੱਕ ਜਲੰਧਰ 2 ਹੌਟਸਪੌਟ ਬਣੇ ਹੋਏ ਹਨ, ਜਿੱਥੇ ਪਿਛਲੇ 24 ਘੰਟਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 19 ਨਵੇਂ ਮਾਮਲੇ ਆ ਗਏ ਤੇ ਉਹਨਾਂ ਦਾ ਜਿਹੜਾ ਅੰਕੜਾ ਪੂਰੇ ਅੰਮ੍ਰਿਤਸਰ ਦੇ ਵਿੱਚ 500 ਤੋਂ ਪਾਰ ਹੋ ਚੁੱਕਾ। ਹਾਂਜੀ, ਉਹ ਕਿਉਂਕਿ ਉਹ ਦੇਖੋ ਨਾ ਤਾਂ ਕਿਤੇ ਦਵਾਈ ਦਾ ਕੋਈ ਪੁਖਤਾ ਇੰਤਜ਼ਾਮ ਆ। ਜੀ ਜੀ ਤੇ ਜਦੋਂ ਹਸਪੀਟਲ 'ਚ ਵੀ ਜਿਹੜੇ ਮਰੀਜ਼ ਬੈਠੇ ਉਹ ਤਾਂ ਖੁਦ ਪਰੇਸ਼ਾਨ ਆ। ਜੇ ਇਹਨਾਂ ਵਿੱਚੋਂ ਨਵੇਂ ਮਰੀਜ਼ ਉੱਥੇ ਪਹੁੰਚੂਗੇ ਤੇ ਉਹਨਾਂ ਦਾ ਕੀ ਹਾਲ ਹੋਊਗਾ। ਜੀ ਜੀ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਜਿਹੜੇ 14 ਮਾਮਲੇ ਤੇ ਜੀ ਸਾਹਮਣੇ ਆਏ ਆ ਪਿਛਲੇ 24 ਘੰਟਿਆਂ ਦੇ ਵਿੱਚ, ਜਿਹੜਾ ਉਹਨਾਂ ਦਾ ਵੀ ਅੰਕੜਾ ਜਲੰਧਰ ਦਾ ਉਹ 300 ਤੋਂ ਪਾਰ ਹੋ ਚੁੱਕਾ ਆ। ਤੇ ਪਰ ਇਹ ਪਿਛਲੇ ਮਤਲਬ ਕਿ 24 ਘੰਟਿਆਂ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ 8 ਮਹੀਨੇ ਦੀ ਬੱਚੇ ਤੋਂ ਇਲਾਵਾ 3 ਮੌਤਾਂ ਜਿਹੜੀਆਂ ਕਰੋਨਾ ਦੇ ਨਾਲ ਹੋਈਆਂ। ਪੂਰੇ ਅੰਮ੍ਰਿਤਸਰ ਦੇ ਵਿੱਚ 6 ਜਿਹੜੇ ਇਸ ਤਰ੍ਹਾਂ ਦੇ ਇਲਾਕੇ ਨੇ ਜਿਨ੍ਹਾਂ ਨੂੰ ਪੂਰਨ ਤੌਰ ਤੇ ਸੀਲ ਕਰ ਦਿੱਤਾ ਗਿਆ। ਹਾਂਜੀ, ਉਹ ਤਾਂ ਹੁਣ ਜਦੋਂ ਨਵੇਂ ਮਰੀਜ਼ ਆਈ ਜਾਂਦੇ ਆ ਤਾਂ ਫਿਰ ਸਰਕਾਰ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ, ਕਿਉਂਕਿ ਉਹ ਨਵੇਂ ਮਰੀਜ਼ ਜਿਹੜੇ ਆ ਉਹ ਹੋਰ ਪਤਾ ਨਹੀਂ ਕਿੰਨਿਆਂ ਨੂੰ ਬਿਮਾਰ ਕਰਕੇ ਆਉਗੇ। ਜੀ ਜੀ ਤੇ ਬਚਾਅ ਆਪਣਾ ਕਰਨਾ ਚਾਹੀਦਾ। ਇਹ ਹੁੜਮੱਤ ਨਹੀਂ ਕਰਨੀ ਚਾਹੀਦੀ ਕਿ ਜੇ ਗੁਰਦੁਆਰੇ ਨੂੰ ਖੋਲ ਦਿੱਤਾ ਗਿਆ ਤੇ ਜੀ ਛੇਤੀ ਛੇਤੀ ਅਸੀਂ ਚਲੇ ਜਾਈਏ, ਕਿ ਕੋਈ ਸਾਨੂੰ ਇਹ ਨਾ ਕਹਦੇ ਅਸੀਂ ਗੁਰਦੁਆਰੇ ਨਹੀਂ ਗਏ। ਜੀ ਦੇਖੋ, ਇਹ ਜਿਹੜਾ ਸਰੀਰ ਆ ਇਹਦੇ ਅੰਦਰ ਨਾਰਾਇਣ ਪਾਤਸ਼ਾਹ ਦੀ ਅੰਸ਼ ਆ, ਇਹ ਵੀ ਮੰਦਿਰ ਆ, ਇਹ ਵੀ ਗੁਰਦੁਆਰਾ ਆ। ਤੁਸੀਂ ਇਹਦੇ ਅੰਦਰ ਜਾ ਕੇ ਆਪਣੇ ਇਸ਼ਟ ਦੇ ਦਰਸ਼ਨ ਕਰ ਸਕਦੇ ਹੋ ਜੀ, ਕਿਉਂਕਿ ਉਹੀ ਗੁਰਦੁਆਰੇ ਦੇ ਵਿੱਚ ਭਾਵਨਾ ਦੇ ਨਾਲ ਤੁਸੀਂ ਅਸੀਂ ਜਾਂਦੇ ਆ ਤੇ ਉਹੀ ਭਾਵਨਾ ਤੁਸੀਂ ਆਪਣੇ ਮਨ ਦੇ ਅੰਦਰ ਵੱਲ ਨੂੰ ਰੱਖੋ ਜੀ, ਜਾਂ ਰੱਖਣੀ ਚਾਹੀਦੀ ਆ, ਕਿਉਂਕਿ ਉਹ ਜਿਹੜੀ ਅੰਦਰ ਦੀ ਮਨ ਦੀ ਭਾਵਨਾ ਆ ਉਹ ਤੁਹਾਨੂੰ ਵੀ ਖੁਸ਼ਹਾਲ ਰੱਖਦੀ ਆ, ਤੁਹਾਡੇ ਆਲੇ ਦੁਆਲੇ ਨੂੰ ਵੀ ਖੁਸ਼ਹਾਲ ਰੱਖਦੀ ਆ। ਇਹ ਤਾਂ ਮਨ ਦੀ ਦੌੜ ਆ ਕਿ ਸ਼ਾਇਦ ਜੇ ਮੈਂ ਗੁਰਦੁਆਰੇ ਜਾਂਦਾ ਮੈਨੂੰ ਕੋਈ ਕਹਿ ਦੇਵੇ ਕਿ ਮੈਂ ਧਾਰਮਿਕ ਇਨਸਾਨ ਹਾਂ ਜੀ ਜੀ, ਕਿ ਕੋਈ ਮੈਨੂੰ ਇਹ ਨਾ ਕਹਿ ਦੇਵੇ ਕਿ ਮੈਂ ਕਦੀ ਗੁਰਦੁਆਰੇ ਨਹੀਂ ਜਾਂਦਾ। ਜੀ ਜੀ ਚਲੋ ਆਪਾਂ ਇੱਕ ਦਾ ਇੱਕ ਵਿਸ਼ਵਾਸ ਰੱਖਦੇ ਆਪਣੇ ਮਨ ਦੇ ਵਿੱਚ ਕਿ ਚਲੋ ਗੁਰੂ ਘਰ ਖੋਲ ਕੇ ਨਤਮਸਤਕ ਹੋ ਕੇ ਆਈਏ, ਸਭ ਦੇ ਭਲੇ ਦੀ ਅਰਦਾਸ ਕਰੀਏ। ਪਰ ਕਿਤੇ ਨਾ ਕਿਤੇ ਇਹਨਾਂ ਸਾਰਿਆਂ ਆਪਾਂ ਜਿਹੜੀ ਭਗਤੀ ਦੇ ਵਿੱਚ ਇੰਨੇ ਲੀਨ ਤਾਂ ਚਲੋ ਆਪਾਂ ਸਾਰੀ ਜ਼ਿੰਦਗੀ ਰਹਿੰਦੇ ਹਾਂ, ਪਰ ਕਿਤੇ ਨਾ ਕਿਤੇ ਜਿਹੜੀ ਔਖੀ ਘੜੀ ਤੇਜ਼ੀ ਚੱਲਦੀ ਹੈ ਇਹਦੇ ਵਿੱਚ ਆਪਾਂ ਸੋਸ਼ਲ ਡਿਸਟੈਂਸਿੰਗ ਜਿਹੜੀ ਉਹਨੂੰ ਨਹੀਂ ਮੇਨਟੇਨ ਕਰ ਰਹੇ, ਉਹਨੂੰ ਕਰ ਹੀ ਨਹੀਂ ਰਹੇ। ਤਾਂ ਹੀ ਤਾਂ ਸਾਰੇ ਹੁਣ ਫਿਰ ਦੁਬਾਰਾ ਦੁਖੀ ਹੋਣ ਲੱਗ ਗਏ ਨਾ। ਜੀ ਜੀ ਪਹਿਲਾਂ ਜਿੱਥੇ ਥੋੜਾ ਜਿਹਾ ਭਰੋਸਾ ਬਣਨ ਲੱਗਾ ਸੀਗਾ ਕਿ ਹੁਣ ਚਲੋ ਪੰਜਾਬ ਵਿੱਚ ਥੋੜੇ ਘੱਟ ਆ, ਫਗਵਾੜੇ 'ਚ ਘੱਟ ਆ ਤੇ ਮਰੀਜ਼ ਕਾਫੀ ਥਾਵਾਂ ਤੇ ਜਿਹੜੇ ਘੱਟ ਸੀਗੇ ਜੀ ਜੀ, ਤੇ ਹੁਣ ਇਹਨਾਂ ਵਿੱਚ ਵੀ ਮਰੀਜ਼ ਜਿਹੜੇ ਆ ਉਹ ਬਾਹਰ ਆਉਣ ਲੱਗ ਗਏ ਜੀ ਜੀ। ਤੇ ਕਿਤੇ ਨਾ ਕਿਤੇ ਇਹ ਸਾਡੀ ਆਪਣੀ ਗਲਤੀਆਂ ਕਰਕੇ ਆ ਜੀ, ਕਿਉਂਕਿ ਜਦੋਂ ਅਸੀਂ ਡਿਸਟੈਂਸ ਨਹੀਂ ਰੱਖਿਆ ਹੋਇਆ ਤੇ ਜਦੋਂ ਅਸੀਂ ਕਿਸੇ ਵੀ ਦਿੱਤੀ ਹਦਾਇਤ ਦੀ ਪਾਲਣਾ ਨਹੀਂ ਕੀਤੀ ਹੋਈ ਜੀ ਜੀ, ਤੇ ਉਹਦਾ ਫਿਰ ਹੁਣ ਖਮਿਆਜਾ ਤਾਂ ਭੁਗਤਣਾ ਹੀ ਪਊਗਾ ਜੀ ਜੀ। ਪਰ ਇੱਕ ਹੁਣ ਆਪਾਂ ਜਿਹੜੀ ਆ ਝੋਨੇ ਦੀ ਜਿਹੜੀ ਬਿਜਾਈ ਆ ਸਰਕਾਰਾਂ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ 10 ਜੂਨ ਤੋਂ ਜਿਹੜਾ ਕਿ ਝੋਨਾ ਦੀ ਜਿਹੜੀ ਹੈ ਬਿਜਾਈ ਕਿਸਾਨ ਵੀ ਸ਼ੁਰੂ ਕਰ ਸਕਦੇ ਨੇ, ਤਾਂ ਉਹਨਾਂ ਵਿੱਚ ਉਹਨਾਂ ਨੇ ਮਤਲਬ ਕਿ ਜਿਹੜੀ ਆ ਬਿਜਲੀ ਦੀ ਸਪਲਾਈ ਆ ਕਿਸਾਨਾਂ ਵਾਸਤੇ 8 ਘੰਟੇ ਦੀ ਉਹਨਾਂ ਨੂੰ ਦੇਣ ਦਾ ਜਿਹੜਾ ਐਲਾਨ ਕੀਤਾ ਆ। ਪਰ ਇਹ ਤਾਂ ਚਲੋ ਕਿਸਾਨਾਂ ਦੇ ਵਾਸਤੇ ਚਲੋ ਇੱਕ ਰਾਹਤ ਭਰੀ ਗੱਲ ਆ, ਪਰ ਕਈ ਜਗ੍ਹਾ ਤਾਂ ਆਪਾਂ ਦੇਖਿਆ ਵੀ ਕਿ ਝੋਨਾ ਸਮੇਂ ਤੋਂ ਪਹਿਲਾਂ ਵੀ ਲੋਕਾਂ ਨੇ ਲਾ ਲਿਆ ਤੇ ਦੂਸਰੇ ਪਾਸੇ ਕਿਸਾਨ ਕਿਤੇ ਖੁਦਕੁਸ਼ੀਆਂ ਵੀ ਕਰਦੇ ਆ ਤੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਦੇ ਆ। ਇੱਕ ਭੁੱਖ ਦੀ ਮਾਰ ਉੱਤੋਂ ਕਰੋਨਾ ਦੀ ਮਾਰ ਉੱਤੋਂ ਕਰਜ਼ੇ ਦੀ ਮਾਰ ਕਿਸਾਨ ਕਰੇ ਤਾਂ ਵਿਚਾਰਾ ਕੀ ਕਰੇ। ਹਾਂਜੀ, ਇਕੱਲੇ ਕਿਸਾਨ ਹੀ ਦੁਖੀ ਨਹੀਂ ਹੈਗੇ ਜੀ, ਕਿਉਂਕਿ ਸਾਰਾ ਹੀ ਸੰਸਾਰ ਦੁਖੀ ਆ ਜੀ, ਕਿਉਂਕਿ ਇਹ ਜਿਹੜੀ ਦੁੱਖ ਦੀ ਘੜੀ ਆਈ ਆ ਹਰ ਕਿਸੇ ਲਈ ਚੁਣੌਤੀ ਭਰੀ ਆ ਜੀ ਜੀ। ਹਾਂਜੀ, ਉਹ ਹਰ ਕਿਸੇ ਦੇ ਕੋਲੋਂ ਬੈਸਟ ਮੰਗਣ ਵਾਲੀ ਆ ਜੀ ਜੀ, ਕਿ ਅਸੀਂ ਕਿੰਨਾ ਆਪਣੇ ਆਪ ਨੂੰ ਚੰਗਾ ਰੱਖ ਕੇ ਜੀ ਤੇ ਇਹਦੇ ਵਿੱਚੋਂ ਗੁਜ਼ਰ ਸਕਦੇ ਹਾਂ ਜੀ ਜੀ। ਤੇ ਇੱਕ ਇਹੀ ਆਪਾਂ ਗੱਲ ਕਰਦੇ ਕਿ ਕਿਸਾਨ ਜਿਹੜਾ ਖੁਦਕੁਸ਼ੀਆਂ ਕਰ ਰਿਹਾ, ਜਿਸ ਤਰ੍ਹਾਂ ਕਿ ਹੁਣ ਥੋੜੇ ਦਿਨ ਪਹਿਲਾਂ ਜਿਹੜਾ ਕਿ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ MSP ਜਿਹੜਾ ਮਾਰਕੀਟ ਸੇਲ ਪ੍ਰਾਈਸ ਆ ਉਹਦੇ ਵਿੱਚ ਥੋੜਾ ਇਜ਼ਾਫਾ ਕੀਤਾ ਗਿਆ ਸੀ। ਝੋਨਾ 50 ਰੁਪਏ ਤੇ ਕੁਛ ਵਧਾਇਆ ਗਿਆ ਸੀ, ਬਾਕੀ ਹੋਰ ਸੋਨੇ ਦੀਆਂ ਜਿਹੜੀਆਂ ਫਸਲਾਂ ਸਨ ਉਹਨਾਂ ਵਿੱਚ ਵੀ ਥੋੜਾ ਇਜ਼ਾਫਾ ਕੀਤਾ ਗਿਆ। ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਦੇ ਮਨ ਦੀ ਸੰਤੁਸ਼ਟੀ ਨਹੀਂ ਹੋਈ ਤੇ ਉਹ ਅੱਜ ਸੜਕਾਂ ਉੱਤੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਨੇ। ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਕਿਸਾਨਾਂ ਦੇ ਜਿਹੜੇ ਬਿਜਲੀ ਦੇ ਸੋਧ ਬਿੱਲ ਨੂੰ ਲੈ ਕੇ ਵੀ ਜਿਹੜੇ ਕਿਸਾਨ ਪਛਾਣ ਨੇ ਸੜਕਾਂ 'ਤੇ ਉਤਰੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਖਿਲਾਫ ਜਿਹੜਾ ਉਹ ਆਪਣਾ ਪ੍ਰਦਰਸ਼ਨ ਉਹ ਬਹੁਤ ਤੇਜ਼ ਕਰ ਰਹੇ। ਹਾਂਜੀ, ਉਹਨਾਂ ਦਾ ਦਿਲ ਦੁਖੀ ਆ ਨਾ, ਕਿਉਂਕਿ ਉਹਨਾਂ ਨੂੰ ਜੋ ਵੀ ਫਸਲ ਦਾ ਬਣਦਾ ਮੁਆਵਜ਼ਾ ਨਹੀਂ ਮਿਲਦਾ ਜੀ, ਤੇ ਉਹਦੇ ਕਰਕੇ ਪਰੇਸ਼ਾਨ ਹੁੰਦੇ ਆ ਕਿਉਂਕਿ ਉਹਨਾਂ ਦੇ ਸਿਰ ਕਰਜ਼ੇ ਚੜੇ ਹੋਏ ਆ ਜੀ ਜੀ।
ਤੇ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਮਿਲਦੀ। ਜੀ ਜੀ। ਸਰਕਾਰਾਂ ਤਾਂ ਸਿਰਫ ਇਹ ਬੋਲ ਦਿੰਦੀਆਂ ਪਰ ਕਰਦੀਆਂ ਕੁਛ ਨਹੀਂ। ਜੀ ਜੀ। ਤਾਂ ਕਰਕੇ ਕਿਸਾਨ ਹੁਣ ਜੇ ਸੜਕਾਂ ਤੇ ਉਤਰੇ ਆ ਤੇ ਉਹਨਾਂ ਦੇ ਦਿਲ ਦੁਖੇ ਹੋਏ ਆ, ਤਾਂ ਹੀ ਉਹ ਸੜਕਾਂ ਤੇ ਆਏ ਆ। ਜੀ ਜੀ। ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਉਹਨਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ, ਬੀਜ ਉਹਨਾਂ ਨੂੰ ਨਕਲੀ ਮਿਲ ਰਹੇ ਆ। ਠੀਕ ਹੈ ਨਾ, ਬਿਜਲੀ ਦੇ ਬਿੱਲ ਉਹਨਾਂ ਨੂੰ ਵੱਧ ਤੋਂ ਵੱਧ ਯੂਨਿਟਾਂ ਤੇ ਚਾਰਜ ਲਾ ਕੇ ਭੇਜੇ ਜਾਂਦੇ ਆ। ਜੀ ਜੀ। ਤੇ ਉਹਨਾਂ ਨੂੰ ਕੁਝ ਵੀ ਰਾਹਤ ਨਹੀਂ ਹੈਗੀ। ਜੀ ਜੀ। ਤਾਂ ਕਰਕੇ ਜਿਹੜਾ ਕਿਸਾਨ ਆ ਪਰੇਸ਼ਾਨ ਆ ਤੇ ਉਹ ਜਿਹੜਾ ਖੁਦਕੁਸ਼ੀਆਂ ਵੱਲ ਨੂੰ ਜਾਂਦਾ, ਖੁਦਕੁਸ਼ੀ ਕਰਨ ਨੂੰ ਉਹਨਾਂ ਦਾ ਫਿਰ ਜਿਹੜਾ ਰੁਝਾਨ ਵੱਧ ਜਾਂਦਾ। ਪਰ ਮੇਰੇ ਖਿਆਲ ਨਾਲ ਖੁਦਕੁਸ਼ੀ ਕਰਨੀ ਨਹੀਂ ਚਾਹੀਦੀ, ਕਿਉਂਕਿ ਜਿਹੜਾ ਜੱਟ ਆ ਉਹਨੂੰ ਤਾਂ ਸ਼ੇਰ ਕਹਿੰਦੇ ਆ। ਜੀ। ਪਰ ਸ਼ੇਰ ਆਪਣਾ ਦਿਲ ਬਿੱਲੀ ਵਰਗਾ ਬਣਾ ਕੇ ਚੱਲੇ ਤਾਂ ਕੁਛ ਗੱਲ ਜੱਚਦੀ ਜੀ। ਜੀ ਜੀ। ਹਾਂਜੀ। ਪਰ ਕਿਤੇ ਨਾ ਕਿਤੇ ਇੱਕ ਜਿਹੜੀ ਕਰਜ਼ੇ ਦੀ ਮਾਰ ਹੁੰਦੀ ਆ, ਮਨ ਉਹ ਤੋਂ ਵੀ ਪਰੇਸ਼ਾਨ ਹੁੰਦਾ। ਫਿਰ ਇੱਕ ਕਰੋਨਾ ਦੀ ਮਾਰ ਤੋਂ ਭੁੱਖ ਮਰੀ ਪੂਰੀ ਦੁਨੀਆ ਵਿੱਚ ਇਸ ਵੇਲੇ ਛਾਈ ਹੋਈ ਆ। ਕੋਈ ਇਕੱਲੇ ਥੋੜੀ ਹੈਗੇ ਆ, ਜਿੰਨਾ ਬਹੁਤ ਦੁਨੀਆ ਆ ਜਿਹਦੇ ਸਿਰ ਕਰਜ਼ਾ ਚੜਿਆ ਹੋਇਆ। ਤੇ ਹੁਣ ਜੇ ਹਰ ਕੋਈ ਇਹੀ ਸੋਚ ਲਵੇ ਕਿ ਵੀ ਮੈਂ ਖੁਦਕੁਸ਼ੀ ਕਰ ਲਾਂ, ਤਾਂ ਕੀ ਉਹਦੇ ਖੁਦਕੁਸ਼ੀ ਕਰਨ ਦੇ ਮਸਲਾ ਹੱਲ ਹੋ ਗਿਆ? ਉਹ ਦੂਸਰਿਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪਰੇਸ਼ਾਨ ਕਰ ਜਾਂਦੇ ਆ। ਜੀ ਜੀ। ਹਾਂਜੀ। ਇਸ ਕਰਕੇ ਉਹਨਾਂ ਨੂੰ ਕਰਜ਼ਾ ਹੀ ਪਹਿਲਾਂ ਹੀ ਹਿਸਾਬ ਦਾ ਕਰਜ਼ਾ। ਇੱਕ ਸਿਆਣਾ ਇਨਸਾਨ ਕਹਿੰਦਾ ਕਰਜ਼ਾ ਜੀ ਤੇ ਔਲਾਦ ਕਦੇ ਵੀ ਸਿਰ ਤੇ ਲੋੜ ਤੋਂ ਵੱਧ ਨਹੀਂ ਚੜਾਉਣੇ ਚਾਹੀਦੇ। ਜੀ ਜੀ। ਕਿਉਂਕਿ ਇਹ ਜਦੋਂ ਹੱਦ ਤੋਂ ਵੱਧ ਸਿਰ ਤੇ ਚੜ ਜਾਂਦੇ ਨਾ ਤਾਂ ਫਿਰ ਪਰੇਸ਼ਾਨ ਕਰਦੇ ਆ। ਕਰਜ਼ਾ ਹਿਸਾਬ ਦਾ ਹੀ ਲਓ। ਇਹਨਾਂ ਦੇ ਫਿਰ ਕਹਿਣ ਆਉਣ ਵਾਲੇ ਸਮੇਂ 'ਚ ਨਤੀਜੇ ਜਿਹੜੇ ਆ ਥੋੜੇ ਆਪ ਨੂੰ ਸਾਨੂੰ ਭਿਆਨਕ ਜਿਹੜੇ ਆ ਰੂਪ ਨਜ਼ਰ ਆਉਂਦੇ। ਉਹ ਫਿਰ ਖੁਦ ਬੰਦੇ ਨੂੰ ਭੁਗਤਣਾ ਪੈਂਦਾ ਤੇ ਫਿਰ ਇਸ ਕਰਕੇ ਉਹਦਾ ਥੋੜਾ ਕਰਜ਼ਾ ਲੈਣ ਵੇਲੇ ਹੀ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ। ਜੀ ਜੀ। ਸੋ ਦੋਸਤੋ, ਆਪਣੇ ਕੋਲ ਇੱਕ ਖਬਰ ਆ ਰਹੀ ਹੈ ਕਿ ਬੀਬੀ ਜਗੀਰ ਕੌਰ ਜੀ ਨੂੰ ਇਸਤਰੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਦੁਆਰਾ ਫਿਰ ਤੋਂ ਚੁਣਿਆ ਗਿਆ ਤੇ ਜਿੰਨੇ ਵੀ ਅਕਾਲੀ ਵਰਕਰ ਨੇ ਉਹਨਾਂ ਦੇ ਵਿੱਚ ਜਿਹੜੀ ਆ ਕਾਫੀ ਖੁਸ਼ੀ ਦੀ ਜਿਹੜੀ ਤੇਜ਼ੀ ਲਹਿਰ ਆ ਕਿ ਵਰਕਰ ਖੁਸ਼ ਨੇ ਕਿ ਬੀਬੀ ਜਗੀਰ ਕੌਰ ਜੀ ਨੂੰ ਦੁਬਾਰਾ ਇਹ ਪਦਵੀ ਜਿਹੜੀ ਆ ਫਿਰ ਉਹਨਾਂ ਨੂੰ ਦਿੱਤੀ ਗਈ ਆ। ਤੇ ਇੱਕ ਹੋਰ ਜਿਹੜਾ ਕਰੋਨਾ ਦੇ ਚੱਲਦਿਆਂ ਲੋਕ ਡਿਸਟੈਂਸਿੰਗ ਨਹੀਂ ਰੱਖ ਪਾ ਰਹੇ, ਮਾਸਕ ਨਹੀਂ ਪਾ ਰਹੇ, ਲੋਕੀ ਬਿਨਾਂ ਉਹਦੇ ਆਵਾਗਮਨ ਬਾਹਰ ਘੁੰਮ ਰਹੇ ਆ। ਕੱਲ੍ਹ ਫਿਲੌਰ ਪੁਲਿਸ ਤੇ ਅੱਜ ਫਗਵਾੜਾ ਪੁਲਿਸ ਨੇ ਵੀ ਜਿਹੜੇ ਆ ਬਿਨਾਂ ਮਾਸਕ ਘੁੰਮਣ ਵਾਲੇ ਸੀਗੇ ਉਹਨਾਂ ਦੇ ਜਿਹੜੇ ਚਲਾਨ ਕੱਟੇ। ਹਾਂਜੀ। ਇਹ ਤਾਂ ਪੁਲਿਸ ਨੂੰ ਹੁਣ ਪਿੱਛੋਂ ਗਵਰਨਮੈਂਟ ਨੇ ਹੁਕਮ ਦਿੱਤਾ ਹੋਇਆ ਜੀ। ਤੇ ਬਾਕੀ ਜਿੱਦਾਂ ਹੁਣ ਸਾਡੀ ਜਨਤਾ ਆ ਉਹ ਸਮਝਦੀ ਤਾਂ ਹੈ ਨਹੀਂ। ਉਹ ਕਹਿੰਦੇ ਜੇ ਚਲਾਨ ਘਟਾ ਦੇਣਾ ਪਰ ਮਾਸਕ ਨਹੀਂ ਪਾਣਾ। ਜੀ ਜੀ। ਇਸ ਕਰਕੇ ਫਿਰ ਹੁਣ ਉਹਨਾਂ ਨੇ ਆਪਣੀ ਡਿਊਟੀ ਕਰਨੀ ਆ। ਜੀ ਜੀ। ਤੇ ਉਹਨਾਂ ਦੀ ਜਿਹੜੀ ਗਵਰਨਮੈਂਟ ਦੀ ਡਿਊਟੀ ਆ ਉਹ ਤਾਂ ਫਿਰ ਡਿਊਟੀ ਕਰਨੀ ਆ। ਜੀ ਜੀ। ਫਿਰ ਇਹ ਤਾਂ ਚਲੋ ਆਪਣੇ ਰੋਜ਼ ਦੇ ਆ, ਹੁਣ ਲੋਕੀ ਸਿਆਣੇ ਤਾਂ ਨਿਆਣੇ ਤਾਂ ਹੈ ਨਹੀਂ, ਸਿਆਣੇ ਬਣਦੇ ਨਹੀਂ ਅੱਜ ਦੇ ਸਮੇਂ 'ਚ ਕਿ ਜਿਹੜੀ ਔਖੀ ਘੜੀ ਚੱਲਦੀ ਕਿ ਇਹਨੂੰ ਆਪਾਂ ਅੱਜ ਔਖਾ ਸਮਾਂ ਮੰਨ ਕੇ ਇਹਨੂੰ ਕੱਢ ਲਈਏ ਕਿਸੇ ਤਰੀਕੇ ਨਾਲ। ਪਰ ਕਿਤੇ ਨਾ ਕਿਤੇ ਖੂਨ ਦੇ ਰਿਸ਼ਤੇ ਇਸ ਸਮੇਂ ਦੌਰਾਨ ਕਾਫੀ ਫਿੱਕੇ ਨਜ਼ਰ ਆ ਰਹੇ ਆ। ਕਿਤੇ ਭਰਾ ਦਾ ਕਤਲ ਕਰ ਰਿਹਾ, ਕਿਤੇ ਭਰਾ ਆਪਸ 'ਚ ਲੜ ਰਿਹਾ, ਕਿਤੇ ਜਿਹੜੀ ਘਰੇਲੂ ਹਿੰਸਾ ਉਹ ਵੀ ਕਾਫੀ ਵੱਧ ਚੁੱਕੀ ਆ। ਤੇ ਕਿਤੇ ਨਾ ਕਿਤੇ ਹੁਣ ਇਹ ਵੀ ਦੇਖਣ ਨੂੰ ਆ ਰਿਹਾ ਕਿ ਆਪਣੇ ਖੰਨਾ ਤੋਂ ਇੱਕ ਜਿਹੜੀ ਖਬਰ ਆਈ ਹੈ ਕਿ ਇੱਕ ਮਤਰੇ ਭਰਾ ਨੇ ਹੀ ਆਪਣੀ ਭੈਣ ਦੇ ਨਾਲ ਜਿਹੜਾ ਜਬਰ ਜਨਾਹ ਕੀਤਾ। ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਵਿੱਚ ਹਜੇ ਵੀ ਰੁਕਣ ਦਾ ਨਹੀਂ ਨਾਮ ਲੈ। ਇਹ ਤਾਂ ਜਿੱਦਾਂ ਕਹਿ ਸਕਦੇ ਆ ਕਿ ਜਿਹੜਾ ਵੱਡੀ ਆਲੀਸ਼ਾਨ ਕੋਠੀ ਜੀ ਜਾਂ ਬਹੁਤ ਸਾਰੀ ਜ਼ਮੀਨ ਜਾਂ ਘਰ ਜਾਂ ਵੰਡ ਨੂੰ ਲੈ ਕੇ ਜਿਹੜਾ ਵੀ ਝਗੜਾ ਹੁੰਦਾ, ਇਹ ਸਿਰਫ ਇੱਕ ਸ਼ਰੀਰਾਂ ਦਾ ਹੀ ਝਗੜਾ ਹੁੰਦਾ। ਜੀ ਜੀ। ਕਿਉਂਕਿ ਇੱਥੇ ਆਤਮਾ ਕਿਤੇ ਵੀ ਇਨਵੋਲਵ ਨਹੀਂ ਹੁੰਦੀ। ਜੀ। ਕਿਉਂਕਿ ਆਤਮਾ ਇਹਨਾਂ ਸਾਰੇ ਸੌਦਿਆਂ ਤੋਂ ਨਿਰਲੇਪ ਆ। ਜੀ। ਇਸ ਕਰਕੇ ਜਿਹੜਾ ਸ਼ਰੀਰ ਆ ਉਹ ਕੁਕਰਮ ਕਰਦਾ ਤੇ ਆਤਮਾ ਦਾ ਕਰਮ ਬਣ ਜਾਂਦਾ। ਫਿਰ ਉਹਦੀ ਆਤਮਾ ਜਿਹੜੀ ਆ ਉਹ 84 ਚ ਭਟਕਣ ਲਈ ਤਿਆਰ ਰਹਿੰਦੀ ਆ। ਜੀ। ਇਸ ਕਰਕੇ ਆਪਣੀ ਜਿਹੜੀ ਆਤਮਾ ਆ ਉਹਨੂੰ ਤੁਸੀਂ ਸਹੀ ਕਰੋ ਜੀ। ਵੀ ਇਦਾਂ ਦੇ ਜਿਹੜੇ ਕੁਕਰਮ ਆ ਉਹ ਨਾ ਕਰੋ। ਭਰਾ ਦੇ ਕੋਲੋਂ ਇਦਾਂ ਦੀ ਜਿਹੜੀ ਜਿਹੜਾ ਭਰਾ ਨੂੰ ਮਾਰਦਾ, ਇਦਾਂ ਦੀ ਤੁਸੀਂ ਜਿਹੜੀ ਆ ਆਪਣੇ ਮਨ ਦੀ ਭਾਵਨਾ ਨੂੰ ਖਤਮ ਕਰਨਾ ਚਾਹੀਦਾ। ਇਹਦੀ ਆਪਾਂ ਅੱਗੇ ਗੱਲ ਕਰਾਂਗੇ ਜ਼ਰੂਰ। ਜੀ ਜੀ। ਤੇ ਆਪਾਂ ਜਾਣੀ ਇਹ ਜਿਹੜੀ ਦੌਰ ਚੱਲ ਰਿਹਾ ਨਾ ਜੀ ਜੀ, ਇਹ ਬਹੁਤ ਹੀ ਚੁਣੌਤੀ ਭਰਿਆ ਆ। ਇੱਥੇ ਇਨਸਾਨ ਜਿਹੜਾ ਨਾ ਹਫਸ਼ੀ ਬਣ ਚੁੱਕਾ ਜੀ। ਕਿਉਂਕਿ ਹਫਸ਼ੀ ਜਿਹੜਾ ਆ ਉਹ ਕਿਸੇ ਦਾ ਸਗਾ ਨਹੀਂ ਹੁੰਦਾ। ਉਹਨੂੰ ਆਪਣੀ ਭੈਣ ਵੀ ਭੈਣ ਨਹੀਂ ਲੱਗਦੀ। ਜੀ ਜੀ। ਠੀਕ ਹੈ ਨਾ, ਉਹਨੂੰ ਆਪਣੀ ਮਾਂ ਵੀ ਮਾਂ ਨਹੀਂ ਲੱਗਦੀ। ਜੀ ਜੀ। ਉਹ ਸਕੀਆਂ ਭਰਜਾਈਆਂ ਦਾ ਸਗਾ ਨਹੀਂ ਰਹਿ ਜਾਂਦਾ। ਕਿਸੇ ਵੀ ਸਗੇ ਰਿਸ਼ਤੇ ਨਾਤੇ ਦਾ ਉਹ ਸਗਾ ਨਹੀਂ ਰਹਿ ਜਾਂਦਾ। ਕਿਉਂਕਿ ਉਹਦੇ ਜਿਹੜਾ ਬਲੱਡ ਆ ਉਹ
राक्षस बन चुका है जी जी। और राक्षस वृत्ति का कोई भी बंदा है जी वो नहीं सही हैगा, उस तो जिन्ना भी दूरी बना के रखी जा सके। तुम पहला ही समझो कि ये बंदा राक्षस वृत्ति का, उन्हें बुलाओ ना जी, क्योंकि कल नूं तुहाडा वो शोषण कर देवे जी जी, ਉਹਦੇ ਨਾਲ ਬੈਟਰ तो दूरी बना के रखो। जी जी। ਇਹ ਕਿਤੇ ਨਾ ਕਿਤੇ ਜਿੱਦਾਂ ਕਿ ਹੁਣ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਵਾਈਆਂ ਹੈ ਨਹੀਂ, ਜਿਹੜੇ ਨਸ਼ਾ ਛੁਡਾਉਣ ਜਾਂਦੇ ਨੇ ਉਹਨਾਂ ਨੂੰ ਦਵਾਈਆਂ ਨਹੀਂ ਮਿਲਦੀਆਂ, ਕਿਤੇ ਦਵਾਈਆਂ ਉਪਲਬਧ ਨੇ, ਕਿਤੇ ਰੋਸ ਪ੍ਰਦਰਸ਼ਨ ਹੋ ਰਿਹਾ, ਲੋਕੀ ਨਸ਼ਾ ਛੁਡਾਊ ਕੇਂਦਰਾਂ ਦੇ ਬਾਹਰ ਬੈਠੇ ਨੇ। ਕਿਤੇ ਨਾ ਕਿਤੇ ਜਿਹੜੀ ਇੱਦਾਂ ਦੀਆਂ ਜਬਰ ਜਨਾਹ ਦੀਆਂ ਘਟਨਾਵਾਂ ਹੁੰਦੀਆਂ ਉਹਦੇ ਪਿੱਛੇ ਕਿਤੇ ਨਾ ਕਿਤੇ ਨਸ਼ਾ ਵੀ ਇਨਵੋਲਵ ਹੁੰਦਾ। ਉਹ ਇਹ ਗੱਲ ਤੁਹਾਡੀ ਠੀਕ ਹੈ ਕਿ ਨਸ਼ਾ ਇਨਵੋਲਵ ਹੈਗਾ, ਪਰ ਜੇ ਆਪਾਂ ਦੂਸਰੇ ਕੇਂਦਰਾਂ ਕੋਲੋਂ ਜਾ ਕੇ ਮਦਦ ਮੰਗਣ ਦੀ ਗੁਹਾਰ ਲਾਉਂਦੇ ਆ ਜੀ ਜੀ, ਉਹਦੇ ਨਾਲੋਂ ਚੰਗਾ ਨਹੀਂ ਅਸੀਂ ਚੰਗੇ ਇਨਸਾਨ ਹੀ ਬਣ ਕੇ ਰਹੀਏ। ਜੀ ਜੀ, ਠੀਕ ਹੈ ਨਾ। ਤੁਹਾਨੂੰ ਪਤਾ ਵੀ ਹੈ ਕਿ ਸਾਨੂੰ ਉਹ ਬਣਦੀਆਂ ਜਿਹੜੀਆਂ ਸਹੂਲਤਾਂ ਜਾ ਕੇ ਨਹੀਂ ਮਿਲਣੀਆਂ। ਜੀ ਜੀ, ਠੀਕ ਹੈ ਨਾ। ਤੇ ਅਸੀਂ ਇੱਕ ਚੰਗੇ ਇਨਸਾਨ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ, ਤੇ ਕਿਉਂ ਨਾ ਅਸੀਂ ਚੰਗੇ ਇਨਸਾਨ ਬਣ ਕੇ ਰਹੀਏ। ਉਹ ਨੌਬਤ ਨੂੰ ਕਿਉਂ ਪੈਦਾ ਕਰਦੇ ਹਾਂ ਅਸੀਂ। ਜੀ ਜੀ। ਤੇ ਇੱਕ ਪਾਸੇ ਦਾ ਆਪਾਂ ਦੇਖਦੇ ਕਿ ਚਲੋ ਹਰ ਤਾੜੀ ਹਮੇਸ਼ਾ ਇੱਕ ਹੱਥ ਦੇ ਨਾਲ ਨਹੀਂ ਵੱਜਦੀ ਹੁੰਦੀ, ਦੋਨਾਂ ਹੱਥਾਂ ਦੇ ਨਾਲ ਹੀ ਵੱਜਦੀ ਹੁੰਦੀ ਆ। ਤੇ ਹੁਣੇ ਆਪਣੇ ਕੋਲ ਇੱਕ ਖਬਰ ਆਈ ਆ ਕਿ ਕਰਨਾਲ ਦੇ ਵਿੱਚ ਇੱਕ ਗਰੋਹ ਨੂੰ ਜਿਹੜਾ ਕਿ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ, ਜਿਸ ਦੇ ਵਿੱਚ ਇੱਕ ਔਰਤ ਤੇ ਦੋ ਮਤਲਬ ਕਿ ਮਰਦ ਨੇ ਜੋ ਕਿ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਦੇ ਸਨ। ਇਹ ਤਾਂ ਫਿਰ ਇਸ ਤਰ੍ਹਾਂ ਦੇ ਰਾਖਸ਼ ਬਿਰਤੀ ਦੇ ਲੋਕ ਜਿਹੜੇ ਹੈਗੇ ਆ ਉਹ ਤਾਂ ਸਾਰੇ ਸੰਸਾਰ ਦੇ ਵਿੱਚ ਹੀ ਬੈਠੇ ਨੇ। ਜੀ ਜੀ। ਤੇ ਉਹ ਘਰ ਘਰ ਦੇ ਵਿੱਚ ਇਹ ਨਹੀਂ ਕਿ ਜੇ 10 ਮੈਂਬਰ ਹੈ ਤੇ 10 ਦੇ 10 ਹੀ ਸਾਧੂ ਆ। ਜੀ 10 ਦੇ 10 ਹੀ ਬ੍ਰਹਮ ਗਿਆਨੀ ਆ। ਜੀ ਜੀ। ਉਹਨਾਂ 10 ਦੇ ਵਿੱਚੋਂ ਕਿਹੜਾ ਕੀ ਹੈ ਕਿਸੇ ਨੂੰ ਕੁਝ ਨਹੀਂ ਪਤਾ, ਕਿਸੇ ਦੇ ਦਿਲ 'ਚ ਕੀ ਚੱਲਦਾ। ਜੀ ਜੀ। ਸਾਨੂੰ ਦੇਖਣ ਨੂੰ ਤਾਂ ਉਹ ਸਾਡੇ ਪਰਿਵਾਰਕ ਮੈਂਬਰਾਂ ਵਾਂਗੂ ਆਮ ਹੀ ਲੱਗਦੇ ਆ, ਪਰ ਉਹ ਜਿਹੜੇ ਕੁਕਰਮ ਕਰਦੇ ਆ ਨਾ ਉਹ ਫਿਰ ਲੋਕਾਂ ਕੋਲੋਂ ਪਤਾ ਲੱਗਦੇ ਕਿ ਇਹ ਬੰਦਾ ਕੀ ਕਰਦਾ। ਜੀ ਜੀ। ਠੀਕ ਹੈ ਨਾ। ਤੇ ਇਹਦਾ ਆਪਾਂ ਨੂੰ ਖੁਦ ਹੀ ਆਪਣੀ ਇੱਕ ਇੱਕ ਰੂਹ ਨੂੰ ਹੁਣ ਖਿਆਲ ਰੱਖਣਾ ਪੈਣਾ, ਕਿਉਂਕਿ ਇੱਥੇ ਕੋਈ ਕਿਸੇ ਦਾ ਹੁਣ ਸਗੇ ਵਾਲਾ ਨਹੀਂ ਰਹਿ ਗਿਆ। ਇੱਥੇ ਸਾਰੇ ਰਿਸ਼ਤੇ ਪੈਸੇ ਦੇ ਰਹਿ ਗਏ ਆ। ਜਿਹੜੀ ਅੱਜ ਦੇ ਸਮੇਂ ਵਿੱਚ ਜਿਹੜਾ ਰਿਸ਼ਤਾ ਉਹ ਫਿੱਕੇ ਪੈ ਚੁੱਕੇ ਨੇ। ਹਾਂਜੀ, ਇੱਥੇ ਹੁਣ ਕੋਈ ਰਿਸ਼ਤੇ ਨਾਤੇ ਦੀ ਕੋਈ ਕਦਰ ਨਹੀਂ ਕਰਦਾ। ਜਦ ਤੱਕ ਕਿ ਕੋਈ ਵੀ ਰੂਹ ਉਸ ਨਾਰਾਇਣ ਪਾਤਸ਼ਾਹ ਦੀ ਸ਼ਰਨ ਵਿੱਚ ਨਹੀਂ ਰਹਿੰਦੀ ਜਾਂ ਉਹਨੂੰ ਆਪਣੇ ਸਨਮੁਖ ਨਹੀਂ ਰੱਖਦੀ, ਜੀ ਉਹ ਜਿਹੜੀ ਰੂਹ ਆ ਉਹ ਇਸੇ ਤਰ੍ਹਾਂ ਦੀ ਕੁਕਰਮੀ ਹੀ ਰਹੂਗੀ। ਜੀ ਜੀ। ਕਹਿਣ ਦਾ ਮਤਲਬ ਕਿਤੇ ਨਾ ਕਿਤੇ ਸਾਨੂੰ ਆਪ ਹੀ ਸਮਝਣਾ ਚਾਹੀਦਾ ਕਿ ਇੱਦਾਂ ਦੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਵੇ ਤਾਂ ਜੋ ਉਹ ਆਪ ਵੀ ਸੁਧਰਨ, ਤੇ ਜਿਹੜੇ ਉਹਨਾਂ ਦੇ ਸਾਥੀ ਜੋ ਇੱਦਾਂ ਦੇ ਗਲਤ ਰਾਹ ਉਹਨਾਂ ਨੂੰ ਪਾਉਂਦੇ ਨੇ ਉਹ ਉਹਨਾਂ ਨੂੰ ਵੀ ਸੁਧਾਰ ਸਕਣ। ਉਹ ਹੈ ਕਿ ਉਹ ਵਾਤਾਵਰਣ ਹੀ ਉਹਨਾਂ ਦਾ ਗੰਦਾ ਹੈ। ਜੀ ਜੀ। ਕਿਉਂਕਿ ਉਸ ਵਾਈਬ੍ਰੇਸ਼ਨ ਦੇ ਕਰਕੇ ਨਾ ਉਹਨਾਂ ਨੂੰ ਕੋਈ ਵੀ ਜਿਹੜੀ ਆ ਸਹਾਇਤਾ ਨਹੀਂ ਮਿਲ ਰਹੀ, ਕਿਉਂਕਿ ਉਹ ਅੰਦਰੋਂ ਹਰ ਵੇਲੇ ਪੋਜ਼ਿਟਿਵਿਟੀ ਤੋਂ ਵਾਂਝੇ ਰਹਿੰਦੇ ਆ, ਨੈਗੇਟਿਵਿਟੀ ਬਣਾਈ ਰੱਖਦੇ ਆ, ਤੇ ਉਹਦੇ ਕਰਕੇ ਉਸ ਆਪਣੀ ਨੈਗੇਟਿਵਿਟੀ ਤਿਆਰ ਕੀਤੀ ਦੇ ਵਿੱਚ ਹੀ ਫਸੇ ਰਹਿੰਦੇ ਆ। ਜੀ ਜੀ। ਸੋ ਦੋਸਤੋ ਆਪਣੇ ਕੋਲ ਇੱਕ ਨਵੀਂ ਅਪਡੇਟ ਆ ਰਹੀ ਹੈ ਕਿ ਹਰਿਆਣਾ ਦੇ ਵਿੱਚ ਕਰੋਨਾ ਦੇ ਨਾਲ ਇੱਕ ਹੋਰ ਮੌਤ ਜਿਹੜੀ ਆ ਹੋ ਚੁੱਕੀ ਹੈ। ਪੂਰੇ ਹਰਿਆਣਾ ਦੇ ਵਿੱਚ ਜਿਹੜੇ 40 ਮੌਤਾਂ ਜਿਹੜੀਆਂ ਟੋਟਲ ਹੁਣ ਤੱਕ ਹੋ ਚੁੱਕੀਆਂ ਨੇ। ਇਸ ਵੇਲੇ ਹਰਿਆਣਾ ਵਿੱਚ ਜਿਹੜਾ ਕਰੋਨਾ ਜਿਹੜਾ ਕਾਲ ਦਾ ਤੇਜ਼ੀ ਰੂਪ ਧਾਰਨ ਕਰ ਚੁੱਕਾ ਆ। ਤੇ ਇੱਕ ਖੁਸ਼ਖਬਰੀ ਵੀ ਆ ਕਿ ਪੂਰੇ ਵਰਲਡ ਦੇ ਵਿੱਚ ਨਿਊਜ਼ੀਲੈਂਡ ਜਿਹੜਾ ਦੇਸ਼ ਆ ਉਹ ਕਰੋਨਾ ਮੁਕਤ ਜਿਹੜਾ ਦੇਸ਼ ਬਣ ਚੁੱਕਾ ਆ। ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਕੋਈ ਵੀ ਕੇਸ ਕਰੋਨਾ ਦਾ ਨਹੀਂ ਹੈ। ਤੋ ਦੋਸਤੋ ਆਪਣੇ ਕੋਲ ਇੱਕ ਹੋਰ ਖਬਰ ਆ ਰਹੀ ਹੈ ਕਿ ਰੂਸ ਦੇ ਵਿੱਚ ਕੁਝ ਮੱਕੜੀ ਵਾਂਗ ਜਿਹੜੇ ਕੀੜੇ ਹੁੰਦੇ ਨੇ ਤੇਜੀ ਜੀ, ਉਹ ਇਨਸਾਨਾਂ ਦਾ ਖੂਨ ਚੂਸਦੇ ਨੇ, ਜਿਸ ਦੇ ਨਾਲ ਭਿਆਨਕ ਬਿਮਾਰੀਆਂ ਸਾਹਮਣੇ ਆ ਰਹੀਆਂ ਨੇ। ਇੱਕ ਕਰੋਨਾ ਦੀ ਮਾਰ ਪੂਰੀ ਦੁਨੀਆ ਚੱਲ ਰਹੀ ਹੈ। ਹੁਣ ਇਸ ਤਰ੍ਹਾਂ ਦੇ ਕੀੜੇ ਵੀ ਸਮਾਜ ਦੇ ਵਿੱਚ ਆ ਚੁੱਕੇ ਨੇ ਕਿ ਜਿਹੜਾ ਉਹ ਇਨਸਾਨ ਨੂੰ ਬਿਮਾਰ ਕਰ ਸਕਦੇ ਨੇ, ਕਿ ਜਿਸ ਨਾਲ ਉਸਦੀ ਮੌਤ ਵੀ ਹੋ ਸਕਦੀ ਹੈ, ਕਿ ਜੋ ਕਿ ਉਹ ਇਨਸਾਨ ਦਾ ਖੂਨ ਚੂਸਦੇ ਨੇ। ਹਾਂਜੀ, ਉਹ ਕੀੜਿਆਂ ਦਾ ਇਲਾਜ ਕਰਨਾ ਚਾਹੀਦਾ ਕਿ ਜੋ ਵੀ ਉਹਨਾਂ ਤੇ ਛਿੜਕਾ ਦਵਾਈ ਦਾ ਕਰਕੇ ਜੀ ਉਹਨਾਂ ਕੀੜਿਆਂ ਨੂੰ ਮਾਰ ਦੇਣਾ ਚਾਹੀਦਾ। ਜੀ ਜੀ। ਕਿਉਂਕਿ ਪਹਿਲਾਂ ਹੀ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਮਨੁੱਖਤਾ ਨੂੰ ਲੱਗ ਚੁੱਕੀਆਂ। ਜੀ ਜੀ। ਅੱਧੀਆਂ ਜ਼ਿਆਦੀਆਂ ਬਿਮਾਰੀਆਂ ਤੇ ਮਨੁੱਖਤਾ ਨੇ ਆਪ ਪੈਦਾ ਕੀਤੀਆਂ ਹਨ। ਜੀ ਜੀ। ਹਾਂਜੀ। ਤੇ ਇੱਕ ਹੋਰ ਤੇ ਜੀ ਜਿਸ ਤਰ੍ਹਾਂ ਕਿ ਘਰੇਲੂ ਹਿੰਸਾ ਜਾਂ ਹੋਰ ਕਈ ਜਿਹੜੇ ਕਾਰਨ ਸਮਾਜ ਦੇ ਵਿੱਚ ਰੋਜ਼ ਵਾਪਰਦੇ ਨੇ, ਅਸੀਂ ਦੇਖਦੇ ਹਾਂ ਟੀਵੀ ਤੇ ਵੀ ਤੇ ਦਰਸ਼ਕਾਂ ਨੂੰ ਵੀ ਵਿਖਾਉਂਦੇ ਹਾਂ, ਤੇ ਉਹਨਾਂ ਨੂੰ ਦੱਸਦੇ ਵੀ ਕਿ ਆਪ ਵੀ ਇਹਨਾਂ ਦਾ ਸ਼ਿਕਾਰ ਨਾ ਹੋ, ਚੰਗੇ ਬਣੋ ਤੇ ਚੰਗੀ ਸੇਧ ਦਿਓ। ਕਿਤੇ ਨਾ ਕਿਤੇ ਜੇ ਪ੍ਰਸ਼ਾਸਨ ਅੱਜ ਦੇ ਸਮੇਂ ਵਿੱਚ ਕਿਸੇ ਨੂੰ ਸਮਝਾਉਣ ਜਾਂਦਾ ਜਾਂ ਉਹਨਾਂ ਦਾ ਫੈਸਲਾ ਕਰਵਾਉਣ ਜਾਂਦਾ
ਤੇ ਅੱਜ ਦਾ ਜਿਹੜਾ ਲੋਕਾਂ ਦਾ ਜਿਹੜਾ ਰਵੱਈਆ ਇਸ ਤਰ੍ਹਾਂ ਦਾ ਕਾਰਰੂਪੀ ਹੋ ਚੁੱਕਾ ਕਿ ਉਹ ਪ੍ਰਸ਼ਾਸਨ ਨੂੰ ਵੀ ਕੁਝ ਨਹੀਂ ਮੰਨਦਾ। ਇਸੇ ਤਰ੍ਹਾਂ ਦਾ ਇੱਕ ਮਸਲਾ ਆਇਆ ਤੇ ਜੀ ਮੋਗਾ ਦੇ ਵਿੱਚ, ਜਿੱਥੇ ਕਿ ਪੁਲਿਸ ਪ੍ਰਸ਼ਾਸਨ ਇੱਕ ਪਰਿਵਾਰ ਦੇ ਮਸਲੇ ਨੂੰ ਸੁਲਝਾਉਣ ਗਿਆ ਤਾਂ ਉੱਥੋਂ ਦੇ ਇੱਕ ਵਿਅਕਤੀ ਵੱਲੋਂ ਇੱਕ ਪੁਲਿਸ ਮੁਲਾਜ਼ਮ ਤੇ ਗੋਲੀ ਚਲਾ ਦਿੱਤੀ ਗਈ, ਜਿਸ ਦੇ ਵਿੱਚ 2 ਮੁਲਾਜ਼ਮ ਜਿਹੜੇ ਜ਼ਖਮੀ ਹੋ ਗਏ ਸਨ ਤੇ ਇੱਕ ਦੀ ਜਿਹੜੀ ਮੌਤ ਹੋ ਗਈ। ਕਿਤੇ ਨਾ ਕਿਤੇ ਇਨਸਾਨ ਵੀ ਅੱਜ ਕਾਲ ਦਾ ਰੂਪ ਧਾਰ ਕਰ ਚੁੱਕਾ। ਉਹ ਵੀ ਤਾਂ ਕਹਿੰਦੇ ਦਿਮਾਗੀ ਤੌਰ ਤੇ ਜਿਹੜਾ ਬॉय ਸੀਗਾ 36 ਸਾਲ ਦਾ ਜੀ ਤਾਂ ਉਹਦਾ ਦਿਮਾਗੀ ਹਾਲਤ ਸਹੀ ਨਹੀਂ ਸੀ, ਉਹ ਪਤਾ ਨਹੀਂ ਨਸ਼ੇ ਕਰਕੇ ਇਸ ਤਰ੍ਹਾਂ ਦਾ ਬਣਿਆ ਸੀ ਜਾਂ ਉਹ ਕਹਿੰਦੇ ਕਿ ਉੱਥੇ ਇੱਕ ਜਗ੍ਹਾ ਸੀਗੀ ਬਾਬੇ ਦੀ, ਉਹਨੂੰ ਜਦੋਂ ਤਾਂ ਉਹਨੇ ਜਾਨੀ ਕਿ ਦਵਸਤ ਕਰਤਾ, ਜਾਨੀ ਢਾ ਦਿੱਤਾ ਉਹਦੇ ਢਾਉਣ ਨਾਲ ਪਤਾ ਨਹੀਂ ਉਹ ਉਦੋਂ ਤੋਂ ਹੀ ਉਹਦੀ ਜਿਹੜੀ ਦਿਮਾਗੀ ਹਾਲਤ ਹੈ ਉਹ ਸਹੀ ਨਹੀਂ ਹੈਗੀ। ਪਰ ਕਿਤੇ ਨਾ ਕਿਤੇ ਸਮਾਜ ਵੀ ਸਾਡੇ ਅੱਜ ਵੀ ਜਿਹੜੇ ਚੰਗੇ ਲੋਕ ਵਸਦੇ ਨੇ ਤੇ ਜੀ ਇੱਕ ਸਰਬੱਤ ਦਾ ਭਲਾ ਟਰਸਟ ਵੱਲੋਂ ਦੁਬਈ ਵਿੱਚ ਫਸੇ 14 ਨੌਜਵਾਨਾਂ ਨੂੰ ਜਿਹੜਾ 75 ਲੱਖ ਦੀ ਲਾਗਤ ਦੇ ਨਾਲ ਛੁਡਵਾ ਕੇ ਆਪਣੇ ਪੰਜਾਬ ਹਰਿਆਣਾ ਦੇ ਜਿੱਥੇ ਦੇ ਵੀ ਸਨ ਉਹਨਾਂ ਨੂੰ ਛੁਡਾ ਕੇ ਜਿਹੜਾ ਇੱਥੇ ਵਾਪਸ ਆਪਣੇ ਦੇਸ਼ ਵਿੱਚ ਬੁਲਾਇਆ ਗਿਆ। ਉਹ ਵਧੀਆ ਕੀਤਾ ਉਹਨਾਂ ਨੇ, ਕਿਉਂਕਿ ਚਲੋ ਜੇ ਕਿਸੇ ਦੇ ਬੱਚੇ ਆਪਦੇ ਘਰ ਆ ਗਏ ਦੋਵਾਂ ਹੀ ਦੋਗੇ ਹੈ ਨਾ, ਤੇ ਜਿਸ ਤਰ੍ਹਾਂ ਹੁਣ ਉਹਨੇ ਪੁਲਿਸੀਆ ਮਾਰ ਦਿੱਤਾ ਤੇ ਉਹ ਪੁਲਿਸ ਵਾਲੇ ਵਿਚਾਰੇ ਨੇ ਕੀ ਜਾ ਕੇ ਉੱਥੋਂ ਖੱਟਿਆ, ਉਹਦਾ ਮਸਲਾ ਹੀ ਸੁਲਝਾਉਣ ਗਿਆ ਸੀਗਾ ਪਰਿਵਾਰ ਦਾ ਤੇ ਦੇਖੋ ਉਹਦੀ ਮੌਤ ਉਹਨੂੰ ਕਿੱਥੇ ਖਿੱਚ ਕੇ ਲੈ ਗਈ। ਇਸ ਕਰਕੇ ਜਿਹੜਾ ਇਨਸਾਨ ਆ ਇਨਸਾਨ ਦਾ ਵੈਰੀ ਬਣ ਗਿਆ, ਕਿਉਂਕਿ परमात्मा तो दूर हो चुका है ते परमात्मा नूं मनदे भी आ सारे ही, पता नहीं किहड़े परमात्मा नूं मनदे, एक तां अपने अपने दा परमात्मा बना ले लोकां। जी हुण परमात्मा तो ही मैं एक गल तुहाडे नाल सांझी करना चाहांगा कि जी साडे दर्शकां ने एक सानूं कमेंटां राहीं फोन करके भी उन्होंने पूछा कि सानूं नारायण बारे थोड़ा जिहा होर चानना पाया जावे शब्द तो, तां जो साडे ਜਿਹੜੇ ਪਰਿਵਾਰਾਂ ਵਿੱਚ ਬੈਠ ਕੇ ਤੁਹਾਡੇ ਵਿਚਾਰ ਸੁਣਦੇ ਨੇ ਉਹਨਾਂ ਦੇ ਮਨ ਦੀ ਜਿਹੜੀ ਸੰਤੁਸ਼ਟੀ ਆ ਉਹ ਹੋ ਸਕੇ। ਹਾਂਜੀ, ਅਸੀਂ ਪਿਛਲੀਆਂ ਕੜੀਆਂ ਦੇ ਵਿੱਚ ਦੱਸਿਆ ਕਿ ਨਾਰਾਇਣ ਜਿਹੜੇ ਵਾਈਬ੍ਰੇਸ਼ਨ ਆ ਜੀ, ਅਸਮਾਨ ਔਰ ਧਰਤੀ ਦੇ ਵਿਚਲਾ ਜਿਹੜਾ ਸਪੇਸ ਆ ਜੀ, ਇਹਦੇ ਅੰਦਰ ਗੂੰਜਮਈ ਆਵਾਜ਼ ਨੂੰ ਨਾਰਾਇਣ ਕਹਿੰਦੇ ਨੇ ਜੀ ਜੀ, ਕਿਉਂਕਿ ਉਹ ਗੂੰਜਦੀ ਆ, ਸਿਰਫ ਗੂੰਜਦੀ ਆ, ਉਹਨੂੰ ਅਸੀਂ ਨਾਦ ਅਨਾਹਤ ਵੀ ਕਹਿੰਦੇ ਆ ਜੀ, ਜੋ ਲਗਾਤਾਰ ਗੂੰਜਦੀ ਆ ਉਹ ਕਦੇ ਬੰਦ ਨਹੀਂ ਹੁੰਦੀ ਜੀ। ਔਰ ਉਹਨੇ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਉਹ ਸੱਤ ਸ਼ਕਤੀਆਂ ਭਗਵਾਨ ਵਿਸ਼ਨੂੰ ਦੇ ਸਰੂਪ ਵਿੱਚ ਬਦਲ ਜਾਂਦੀ ਆ, ਉਹਨਾਂ ਦੇ ਰੂਪ ਵਿੱਚ ਬੈਠ ਕੇ ਧਰਤੀ ਦੇ ਕਾਰਿਆ ਕਰਦੀ ਹੈ ਜੀ ਜੀ, ਠੀਕ ਹੈ ਜੀ। ਤੇ ਹੁਣ ਇੱਥੇ ਕਾਰਿਆ ਕਰਨ ਦੇ ਵਿੱਚ ਜਿੱਦਾਂ ਕਰਮ ਅਸੀਂ ਕਰਦੇ ਆ, ਉਸ ਦਿਨ ਆਪਾਂ ਸ਼ਲੋਕ ਤੇ ਗੱਲ ਕੀਤੀ ਸੀ ਜੀ ਜੀ, ਤੇ ਅੱਜ ਅਸੀਂ ਕਰਮ ਔਰ ਧਰਮ ਤੇ ਗੱਲ ਕਰਦੇ ਆ ਜੀ ਜੀ, ਕਿ ਜਿਹੜੇ ਲੋਕ ਇੰਨੇ ਗੰਦੇ ਹੋ ਚੁੱਕੇ ਆ ਜੀ, ਇਹਨਾਂ ਦੇ ਕਰਮ ਗਲਤ ਕਿਉਂ ਹੁੰਦੇ ਆ, ਇਹਨਾਂ ਦੇ ਜਿਹੜਾ ਅੰਦਰ ਆ ਧਰਮ ਕਿੱਥੇ ਚਲਿਆ ਗਿਆ ਜੀ ਜੀ। ਕਰਮ ਦਾ ਮਤਲਬ ਹੁੰਦਾ ਕੱਕਾ ਰਾਰਾ ਮੰਮਾ ਕਰਮ ਜੀ, ਤੇ ਕੱਕਾ ਰਾਰਾ ਮੰਮਾ ਮੰਮੇ ਔਂਕੜ ਜੀ, ਕਰਮ ਜੀ ਦੋ ਅਲੱਗ-ਅਲੱਗ ਤਰ੍ਹਾਂ ਨਾਲ ਲਿਖੇ ਜਾਂਦੇ ਆ ਜੀ ਜੀ। ਹੁਣ ਜਿਹੜਾ ਕਰਮ ਹੈ ਜੀ, ਸਾਡੀ ਜਿਹੜੀ ਸੋਚ ਹੈ ਨਾ ਜੀ, ਉਹ ਇੱਕ ਨੈਗੇਟਿਵ ਖਿੱਚਦੀ ਆ। ਜਿੱਦਾਂ ਮੰਨ ਲਓ ਕਿ ਆਪਾਂ ਸਵੇਰੇ ਸੁੱਤੇ ਉੱਠਦੇ ਆ, ਸਮਝਾਉਣ ਵਾਸਤੇ ਫਾਰ ਐਗਜ਼ਾਮਪਲ, ਅਸੀਂ ਸਵੇਰੇ ਸੁੱਤੇ ਉੱਠ ਕੇ ਸੋਚਦੇ ਆ ਕਿ ਅਸੀਂ ਅੱਜ ਪਹਿਲਾਂ ਬ੍ਰਸ਼ ਕਰਨਾ, ਟੀਥ ਬ੍ਰਸ਼ ਕਰਨਾ, ਹਰ ਰੋਜ਼ ਅਸੀਂ ਉੱਠ ਕੇ ਉਹ ਸੋਚਦੇ ਆ, ਫਿਰ ਉਹਨੂੰ ਅਸੀਂ ਕਰਦੇ ਆ। ਪਰ ਇੱਕ ਦਿਨ ਅਸੀਂ ਉੱਠਦੇ ਆ, ਅਸੀਂ ਕਹਿੰਦੇ ਅੱਜ ਅਸੀਂ ਪਹਿਲਾਂ ਬ੍ਰਸ਼ ਨਹੀਂ ਕਰਨਾ, ਅੱਜ ਅਸੀਂ ਪਹਿਲਾਂ ਕੋਈ ਦੂਸਰਾ ਕੰਮ ਕਰਨਾ, ਜਿਸ ਤਰ੍ਹਾਂ ਲਾ ਕੇ ਮੈਂ ਬੂਟ ਪਾਲਿਸ਼ ਕਰਨੇ ਆ। ਜਦੋਂ ਅਸੀਂ ਉੱਠ ਕੇ ਉਹਨੂੰ ਆਪਣੇ ਸੋਚ ਲਿਆ, ਉਹਨੂੰ ਕਹਿੰਦੇ ਨੈਗੇਟਿਵ ਜੀ, ਔਰ ਨੈਗੇਟਿਵ ਨੂੰ ਬਾਹਰ ਪੋਜ਼ਿਟਿਵ ਬਣਾਉਣਾ ਹੈ। ਜਦੋਂ ਅਸੀਂ ਸੋਚਿਆ, ਜਦੋਂ ਅਸੀਂ ਉਸ ਕੰਮ ਨੂੰ ਬਾਹਰ ਕਰਦੇ ਹਾਂ ਜੀ, ਉਹਨੂੰ ਕਹਿੰਦੇ ਪੋਜ਼ਿਟਿਵ ਜੀ ਜੀ। ਜਿਹੜਾ ਸੋਚਿਆ ਸੀ ਉਹ ਸੀਗਾ ਬੀਜ ਜੀ ਜੀ, ਜਿਹੜਾ ਕੀਤਾ ਉਹ ਸੀ ਕਰਮ ਜੀ ਜੀ। ਜੇ ਬੀਜ ਸੀਗਾ ਕਿ ਮੈਂ ਬੂਟ ਪਾਲਿਸ਼ ਕਰਨੇ ਆ ਜੀ ਜੀ, ਤੇ ਮੈਂ ਸੋਚ ਕੇ ਬੀਜ ਬਣਾ ਕੇ ਤੇ ਉਹਦਾ ਕਰਮ ਕੀਤਾ, ਮੈਂ ਬੂਟ ਪਾਲਿਸ਼ ਕੀਤੇ ਜੀ ਜੀ। ਮੰਨ ਲਓ ਕਿ ਕੋਈ ਵੀ ਇਨਸਾਨ ਜੀ ਕਿਸੇ ਪੜੋਸੀ ਤੋਂ ਦੁਖੀ ਆ ਜੀ ਜੀ, ਠੀਕ ਹੈ ਨਾ, ਉਹਦੇ ਨਾਲ ਲੜਾਈ ਆ, ਉਹਦੇ ਕਿਸੇ ਵੀ ਗੱਲ ਦਾ ਉਹਦਾ ਕੋਈ ਫੱਡਾ ਆ, ਜਾਂ ਭਰਾ ਦਾ ਭਰਾ ਨਾ ਵੱਡਾ ਜੀ ਜੀ, ਠੀਕ ਹੈ ਨਾ, ਚਾਹੇ ਵੱਟ ਦਾ ਫੱਡਾ ਆ ਜੀ ਜੀ, ਤੇ ਉਹ ਜਦੋਂ ਭਰਾ ਵੱਟ ਤੇ ਉਹਨੇ ਸੋਚਿਆ ਹੁੰਦਾ ਕਿ ਮੈਂ ਅੱਜ ਜੇ ਮੇਰੇ ਭਰਾ ਨੇ ਕੁਛ ਮੈਨੂੰ ਕਿਹਾ ਨਾ ਜੀ ਜੀ, ਤੇ ਮੈਂ ਇਹਦੇ ਨਾਲ ਲੜਾਈ ਕਰਨੀ ਆ ਜੀ ਜੀ, ਉਹ ਭਰਾ ਦਾ ਵੱਟ ਤੇ ਆਪਣਾ ਨੱਕਾ ਮੋੜਦਾ ਹੈ ਤੇ ਉਹ ਜੂੰ ਹੀ ਭਾਵੇਂ ਖੰਗੇ ਜੀ ਜੀ, ਸਧਾਰਨ ਹੀ ਇਹ ਮੈਨੂੰ ਦੇਖ ਕੇ ਘੁੰਗਾਰੇ ਮਾਰਦਾ ਜੀ, ਉਹ ਫੜ ਲੈਂਦਾ, ਉਹਨੂੰ ਦੋਨੇ ਹੀ ਲੜ ਪੈਂਦੇ ਆ ਜੀ ਜੀ, ਠੀਕ ਹੈ ਨਾ। ਉਹ ਲੜ ਕੇ ਇੱਕ ਦੂਸਰੇ ਨੂੰ ਸੱਟ ਮਾਰ ਦਿੰਦੇ ਆ ਜੀ,
ਸੱਟ ਮਾਰਨ ਤੱਕ ਦੇ ਲੋਕ ਆ ਜਾਂਦੇ, ਉਹਨਾਂ ਨੂੰ ਕੱਲੇ ਕੱਲੇ ਕਰ ਦਿੰਦੇ ਆ, ਤੁਸੀਂ ਲੜੋ ਨਾ। ਜੀ ਜੀ। ਹੁਣ ਇੱਥੇ ਜਿਹੜਾ ਉਹਦਾ ਕੀਤਾ, ਪਹਿਲਾਂ ਉਹਨੇ ਸੋਚਿਆ ਸੀ ਕਿ ਮੈਂ ਇਹਦੇ ਨਾਲ ਲੜਨਾ ਹੈ। ਜੀ ਜੀ। ਪਰ ਉਹਨੇ ਬਾਅਦ ਵਿੱਚ ਆ ਕੇ ਲੜ ਕੇ ਉਸ ਚੀਜ਼ ਨੂੰ ਪੂਰਾ ਕਰ ਦਿੱਤਾ। ਜੀ। ਸੋਚੇ ਹੋਏ ਨੂੰ ਕਰਮ ਬਣਾਤਾ। ਜੀ ਜੀ। ਹੁਣ ਇਹ ਜਿਹੜਾ ਮਸਲਾ ਦੋ ਭਰਾਵਾਂ ਦਾ, ਕੀ ਇਹ ਪਰਿਵਾਰ ਵਿੱਚ ਬਹਿ ਕੇ ਨਿਬੜ ਜਾਊਗਾ? ਜੀ। ਜਾਂ ਇਹ ਪਿੰਡ ਦੀ ਪੰਚਾਇਤ ਵਿੱਚ ਬੈਠ ਕੇ ਨਿਬੜ ਜਾਊਗਾ? ਜੀ। ਜਾਂ ਇਹ ਜਿਹੜਾ ਮਸਲਾ ਹੈ ਥਾਣੇ ਵਿੱਚ ਜਾ ਕੇ ਨਿਬੜ ਜਾਊਗਾ? ਜੀ। ਜਾਂ ਇਹ ਮਸਲਾ ਕੋਰਟ ਜਾਂ ਕਚਹਿਰੀ ਵਿੱਚ? ਦੇਖੋ ਇੱਕ ਬੀਜ ਦਾ ਜਿਹੜਾ ਕਰਮ ਕਿੰਨਾ ਗਲਤ ਹੋ ਗਿਆ। ਜੀ ਜੀ। ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਉਹ ਕਰਮ ਕਿੱਥੇ ਜਾ ਕੇ ਨਿਬੜਦਾ। ਜੀ ਜੀ। ਜਿੰਨਾ ਵੀ ਉਹ ਅੱਗੇ ਵਧੀ ਜਾਊਗਾ, ਉਹਦੇ ਕਰਮ ਦਾ ਜਿਹੜਾ ਉਹਦਾ ਕਰਮ ਹੈ ਉਹ ਲੰਬਾ ਹੋਈ ਜਾਊਗਾ। ਪੜਾ ਜਿਹੜਾ ਅੱਗੇ ਤੋਂ ਅੱਗੇ ਵਧੀ ਜਾਊਗਾ। ਹਾਂ, ਉਹ ਕਰਮ ਦਾ ਅੱਗੇ ਮੁਆਵਜ਼ਾ ਜਿਹੜਾ ਵਧੀ ਜਾਣਾ। ਜੀ ਜੀ। ਠੀਕ ਹੈ ਨਾ। ਹੁਣ ਉਹ ਇੱਥੇ ਹੀ ਖਤਮ ਨਹੀਂ ਹੁੰਦਾ, ਹੋ ਸਕਦਾ ਕੱਲ ਨੂੰ ਉਹਨਾਂ ਦੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਉਹ ਗੱਲ ਉਹਨਾਂ ਦੇ ਵਿੱਚ ਵੀ ਚਲੀ ਗਈ ਆ। ਜੀ ਜੀ। ਕੱਲ ਨੂੰ ਦੋ ਭਰਾਵਾਂ ਦੇ ਦੋ ਬੱਚੇ ਇੱਕ ਦੂਸਰੇ ਨੂੰ ਮਾਰਨ ਤੱਕ ਜਾਊਗੇ। ਜੀ ਜੀ। ਬਾਣੀ ਦੇ ਮੁਤਾਬਕ ਜੇ ਇਸ ਤਰ੍ਹਾਂ ਦਾ ਕਰਮ ਕਰਨਾ ਨਾ, ਜੀ, ਉਹਨੂੰ ਇਹ ਦਿਮਾਗ ਵਿੱਚ ਸਹੀ ਕਰਮ ਸੋਚੋ ਤੇ ਸਹੀ ਕਰਮ ਕਰੋ। ਜੀ ਜੀ। ਕਿਉਂਕਿ ਜੇ ਬੁਰਾ ਕਰਮ ਕਰਨ ਲਈ ਤੁਹਾਡੇ ਮਨ ਵਿੱਚ ਆ ਵੀ ਗਿਆ ਨਾ ਵਿਚਾਰ, ਜੀ ਜੀ, ਤੇ ਉਹਨੂੰ ਜਿੱਦਾਂ ਆਪਾਂ ਫੋਨ ਦੇ ਵਿੱਚੋਂ ਆਣ ਚਾਹੀਆਂ ਕਾਲਾਂ ਡਿਲੀਟ ਕਰ ਦੇਈਦੀਆਂ ਨਾ, ਜੀ ਜੀ, ਉਹਨੂੰ ਉਦੋਂ ਹੀ ਡਿਲੀਟ ਕਰ ਦੋ। ਜੀ ਜੀ। ਹਮੇਸ਼ਾ ਕਹਿਣ ਦਾ ਮਤਲਬ ਕਿ ਪੋਜ਼ਿਟਿਵ ਸੋਚ ਜਿਹੜੀ ਆ ਕਰ ਲੈਣੀ। ਉਹਨੇ ਤੁਹਾਨੂੰ ਸਿਵਾਏ ਦੁੱਖਾਂ ਦੇ ਕੁਝ ਨਹੀਂ ਦੇਣਾ। ਜੀ ਜੀ। ਠੀਕ ਹੈ ਨਾ। ਇਹਨੂੰ ਕਹਿੰਦੇ ਕਰਮ। ਜੀ। ਸੋਚਣਾ ਤੇ ਕਰਨਾ। ਉਹ ਚੰਗਾ ਆ ਤੇ ਚੰਗਾ ਕਰਮ ਕਰਨਾ, ਮਾੜਾ ਤੇ ਮਾੜਾ ਕਰਮ ਕਰਨਾ। ਇਹ ਦੋ ਜਿਹੜੀਆਂ ਗੱਲਾਂ ਕਰਮ ਦੀਆਂ, ਇਹ ਕਰਮ ਬੰਦਾ ਜਿਹੜਾ ਹੱਥੀਂ ਕਰਦਾ। ਜੀ। ਜਿਹੜਾ ਕੱਕਾ ਰਾਰਾ ਮੰਮਾ ਕਰਮ, ਉਹਨੂੰ ਜਿਹੜਾ ਹੱਥੀਂ ਕਰਦਾ। ਦੂਜਾ ਜਿਹੜਾ ਕੱਕਾ ਰਾਰਾ ਮੰਮਾ ਕਰਮ ਤੇ ਮੰਮੇ ਨੂੰ ਔਂਕੜਿਆ, ਉਹ ਕਰਮ ਹੈਗਾ ਬੰਦਗੀ ਕਰਨੀ। ਬੰਦਗੀ ਯਾਨੀ ਮਨੋਂ ਜਿਹੜੀ ਪਰਮਾਤਮਾ ਨਾਰਾਇਣ ਦੀ ਬੰਦਗੀ ਕਰਨੀ। ਜੀ ਜੀ। ਔਰ ਉਸ ਬੰਦਗੀ ਜਿੰਨਾ ਸਮਾਂ ਅਸੀਂ ਉਸ ਲੜਾਈ ਵਿੱਚ ਸਪੈਂਡ ਕੀਤਾ, ਇੱਕ ਰੂਹ ਆ ਉਸੇ ਹੀ ਸਮੇਂ ਦੇ ਵਿੱਚ ਉਸ ਸਮੇਂ ਨੂੰ ਪਰਮਾਤਮਾ ਨਾਲ ਆਪਣੀ ਆਤਮਾ ਨੂੰ ਜੋੜ ਕੇ ਰੱਖਦੀ ਹੈ। ਜੀ। ਉਹਦਾ ਜਿਹੜਾ ਕਰਮ ਆ ਉਹ ਕਰਕੇ ਉਸ ਸ਼ਕਤੀ ਦੇ ਮੂੰਹ ਵਿੱਚ ਜਾਣ ਦਾ ਕਰਮ ਹੈ। ਜੀ। ਉਹ ਧਰਤੀ ਤੇ ਉਹਦਾ ਕੋਈ ਫਲ ਨਹੀਂ, ਉਹਦਾ ਕੋਈ ਉਹਦਾ ਲੰਬਾ ਨਹੀਂ ਹੈਗਾ ਕਿ ਉਹ ਕਿੰਨਾ ਕਰਮ ਲੰਬਾ ਜਾਊਗਾ। ਜੀ ਜੀ। ਕਿਉਂਕਿ ਉਹਨੇ ਕੋਈ ਕਰਮ ਕੀਤਾ ਹੀ ਨਹੀਂ। ਉਹਨੇ ਕਰਮ ਉਹ ਕੀਤਾ ਕਿ ਉਹਨੇ ਬੰਦਗੀ ਕੀਤੀ ਔਰ ਬੰਦਗੀ ਕਰਕੇ ਉਸੇ ਸ਼ਕਤੀ ਵਿੱਚ ਲੀਨ ਹੋਣ ਦਾ ਸੁਭਾਗ ਬਣਾਇਆ। ਜੀ। ਇਹਨੂੰ ਕਹਿੰਦੇ ਕਰਮ ਦੋ ਲਿਖਣ ਵਿੱਚ ਜੋ ਦੋ ਗੱਲਾਂ ਆ। ਜੀ ਜੀ। ਮਤਲਬ ਕਿ ਬੋਲਣ ਚ ਸ਼ਬਦ ਇੱਕੋ ਜਿਹੇ, ਪਰ ਇਹਨਾਂ ਦੇ ਜੋ ਪਰਿਭਾਸ਼ਾ ਅਲੱਗ-ਅਲੱਗ ਆ ਕਿ ਇਹ ਅਸੀਂ ਉਹਨੂੰ ਆਪਣੇ ਮਨ ਦੇ ਵਿੱਚ ਧਾ ਕੇ ਕਿਸ ਤਰ੍ਹਾਂ ਉਹਨੂੰ ਆਪਾਂ ਉਹਨੂੰ ਪੋਜ਼ਿਟਿਵ ਵੇ ਦੇ ਨਾਲ ਸੋਚਣਾ। ਜੇ ਆਪਾਂ ਨੈਗੇਟਿਵ ਵੇ ਨਾਲ ਸੋਚਾਂਗੇ ਤਾਂ ਉਹਦੇ ਜਿਹੜੇ ਸਿੱਟੇ ਆ ਭਿਆਨਕ ਹੀ ਹੋਣਗੇ। ਹਾਂਜੀ। ਹੁਣ ਇਸੇ ਤਰ੍ਹਾਂ ਧਰਮ ਆ, ਤੱਦਾ ਰਾਰਾ ਮੰਮਾ ਧਰਮ। ਜੀ। ਤੇ ਤੱਦਾ ਰਾਰਾ ਮੰਮਾ ਮੰਮੇ ਨੂੰ ਔਂਕੜ ਧਰਮ। ਬਾਣੀ ਵਿੱਚ ਦੋਵੇਂ ਲਫ਼ਜ਼ ਲਿਖੇ ਗਏ ਆ। ਧਰਮ ਅਲੱਗ ਥਾਂ ਤੇ ਲਿਖਿਆ ਜਾਂਦਾ ਜੀ, ਔਰ ਦੂਸਰਾ ਧਰਮ ਅਲੱਗ ਥਾਂ ਤੇ ਲਿਖਿਆ ਜਾਂਦਾ, ਪਰ ਦੋਨਾਂ ਦਾ ਪਰਿਭਾਸ਼ਾ ਅਲੱਗ ਥਾਂ ਤੇ ਅਲੱਗ ਤਰ੍ਹਾਂ ਦੀ ਮਿਲਦੀ ਆ। ਜੀ। ਜਿਹੜਾ ਤੱਦਾ ਰਾਰਾ ਮੰਮਾ ਧਰਮ ਆ, ਉਹਦਾ ਮਤਲਬ ਹੁੰਦਾ ਜਿੱਦਾਂ ਕੋਈ ਆਪਣੇ ਮੂੰਹ ਬੋਲਾ ਭੈਣ ਭਰਾ ਬਣਾ ਲਵੇ। ਜੀ। ਠੀਕ ਹੈ ਨਾ। ਕਿ ਉਹ ਮੂੰਹ ਬੋਲੇ ਭੈਣ ਭਰਾ ਜਿਹੜੇ ਇੱਕ ਦੂਸਰੇ ਦੇ ਨਾਲ ਸਕੇ ਭੈਣ ਭਰਾ ਵਰਗਾ ਰਿਸ਼ਤਾ ਬਣਾਉਂਦੇ ਆ। ਜੀ। ਠੀਕ ਹੈ ਨਾ। ਕਿ ਉਹ ਜਿਹੜਾ ਭਰਾ ਆ ਉਹ ਜੋ ਆਪਣੀ ਸਕੀ ਭੈਣ ਦੇ ਨਾਲ ਜੋ ਉਹਨੂੰ ਸਾਜੋ ਸਮਾਨ ਦਿੰਦਾ, ਕਿ ਉਹ ਆਪਣੀ ਮੂੰਹ ਬੋਲੀ ਭੈਣ ਨੂੰ ਵੀ ਉਹ ਸਾਰੇ ਸੁੱਖ ਦਿੰਦਾ। ਜੀ ਜੀ। ਇਹਨੂੰ ਕਹਿੰਦੇ ਆ ਧਰਮ ਪਗਾਣਾ। ਜੀ ਜੀ। ਠੀਕ ਹੈ ਨਾ। ਕਿਸੇ ਚੀਜ਼ ਕਿ ਕੋਈ ਕਿਸੇ ਨੂੰ ਮਾਂ ਬਣਾ ਲੈਂਦਾ। ਜੀ। ਤੇ ਉਹ ਮਾਂ ਬਣਾ ਕੇ ਮਾਂ ਵਰਗਾ ਨੂੰ ਪਿਆਰ ਦਿੰਦਾ। ਜੀ। ਕਿ ਮਾਂ ਵਰਗੇ ਸਾਰੇ ਸਤਿਕਾਰ ਕਰਦਾ ਉਹਦੇ। ਜੀ। ਉਹਨੂੰ ਕਹਿੰਦੇ ਧਰਮ, ਜੋ ਦੁਨਿਆਵੀ ਚੀਜ਼ ਹੈ। ਜੀ ਜੀ। ਦੇਖਣ ਵਾਲੀ ਆ। ਜੀ। ਪਰ ਉਹਦੇ ਫਲ ਸਰੂਪ ਜੀ ਉਹਦੇ ਉਲਟ ਤੱਦਾ ਰਾਰਾ ਮੰਮਾ ਧਰਮ ਉਹ ਹੁੰਦਾ ਕਿ ਜੇ ਮੈਂ ਪਰਮਾਤਮਾ ਨੂੰ ਜਪਣ ਦਾ ਪ੍ਰਣ ਕਰ ਲਿਆ ਕਿ ਇਹ ਪਰਮਾਤਮਾ ਮੈਂ ਤੇਰੇ ਨਾਲ ਵਾਅਦਾ ਕਰ ਲਿਆ ਕਿ ਮੈਂ ਪੂਰੀ ਜ਼ਿੰਦਗੀ ਨਾਰਾਇਣ ਹੀ ਜਪੂੰਗਾ ਔਰ ਮੈਂ ਤੇਰੀ ਜੋਤ ਵਿੱਚ ਲੀਨ ਹੋਣ ਦਾ ਜਿਹੜਾ ਆਪਣਾ ਸੁਭਾਗ ਬਣਾਉਂਗਾ। ਇਹਨੂੰ ਕਹਿੰਦੇ ਆ ਉਸ ਧਰਮ ਨੂੰ ਪਗਾਉਂਦੇ ਹੋਏ ਉਸ ਦੇ ਮੁਖ ਵਿੱਚ ਧਰੇ ਜਾਣਾ। क्योंकि उसने मुख तो टूटे हैं। जी जी। आप नाथ नाथी सब जाकी, क्योंकि सारी प्रकृति ओदी थुकी हुई है। जी जी। आप नाथ नाथी सब जाकी रिद्धि सिद्ध अवरा साधु ने अपनी रिद्धि सिद्धि
अपनी मायावी शक्ति ना साडा कलबूत तैयार करके अंदर बैठा होया जी जी पर उसे बैठे हुए नूं असीं अंदरों जप के ओहदे विच लीन होण दा जदों सुभाग प्राप्त करदे ओनू कहंदे मूंह विच तरे जाना रखे जाना जिन्हों असीं कहंदे भोग लग जाना ओहदा जी जी जदों असीं भोग रखदे आ ना किसी भी मनुख दी मौत तो बाद ओहदा भोग रखिया जांदा आत्मिक शांति वास्ते ते असीं उत्थे ये कहंदे कि इस जिहड़ी रूह आ इहनूं ਇਹਦੇ ਲਈ ਜਿਹੜਾ ਖਾਣੇ ਦੀ ਥਾਲੀ ਰੱਖੀ ਜਾਂਦੀ ਆ ਜੀ ਜੀ ਕਿ ਇਹਦਾ ਭੋਗ ਲਗਾਓ ਜੀ ਤੇ ਬਾਕੀ ਸੰਗਤਾਂ ਨੂੰ ਇਹ ਭੋਗ ਜਿਹੜਾ ਛਕਣ ਦੀ ਆ ਗਿਆ ਜੀ ਕਹਿੰਦਾ ਉਹ ਜਿਹੜਾ ਭੋਗ ਉਹਨੂੰ ਲਵਾਣਾ ਕਿਉਂਕਿ ਉਹ ਕੰਠ ਕਰਨਾ ਉਹਨਾਂ ਨੇ ਜੀ ਜੀ ਜਿਹੜਾ ਉਹ ਲੈ ਕੇ ਗਏ ਜਾਂ ਸਿਮ ਉਹਨੂੰ ਉਹਨਾਂ ਨੇ ਕੰਠ ਕਰਨਾ ਜੀ ਠੀਕ ਹੈ ਨਾ ਤੇ ਉਹ ਭੋਗ ਦਾ ਮਤਲਬ ਹੁੰਦਾ ਮੁਖ ਵਿੱਚ ਧਰ ਦੇਣਾ ਜੀ ਜੀ ਧਰਮ ਜੀ ਜੀ ਉਹ ਹੁੰਦਾ ਇੱਕ ਸ਼ਕਤੀ ਦੇ ਮੂੰਹ ਵਿੱਚ ਧਰਨ ਦੀ प्राप्ति करनी जी जी एक कर्म और धर्म दो अलग अलग गल्लां ने जी जी ते नारायण पातशाह दी जेहड़ी गल आ जी वो हर रूह दे विच बैठ के कार्य करती है जी जो तुसी अपने सुभाव जिद्दां दे बना लेंदे जी ठीक है ना वो उसी तरह दी वो परों बैठे तदास्तु कहंदे आ जी जी कि जे मैं बुरा सोच लिया वो कह दिंदे तदास्तु जी कि तू सोच लिया वा इदां ही होगा जे तू चंगा सोच लिया तो दास तू चंगा ही होगा जी सोच साडी ने काम करना गलत भी और सही भी जी वो कर्म असी करने आ साडी सोच ने कराने आ असी करने आ जी अंदर सोच ने सोचना है बाहरों हत्थां ने करने आ जी जी ਇਹਦੇ ਨਾਲੋਂ ਚੰਗਾ ਕਿ ਤੁਸੀਂ ਚੰਗੇ ਕੰਮ ਸੋਚੋ ਜੀ ਤੇ ਇਹਨਾਂ ਕਰ ਕਮਲਾਂ ਦੇ ਨਾਲ ਚੰਗੇ ਕੰਮ ਕਰੋ ਜੀ ਜੀ ਤਾਂ ਜੋ ਤੁਹਾਨੂੰ ਜਾ ਕੇ ਨਰੈਣ ਅੱਗੇ ਝੂਠੇ ਨਾ ਪੈਣਾ ਪਵੇ ਜੀ ਜੀ ਹਾਂਜੀ ਸੋ ਦੋਸਤੋ ਆਪਣੇ ਕੋ ਇੱਕ ਹੋਰ ਜਿਹੜੀ ਤੀਜੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਟਿੱਡੀ ਦਲ ਜਿਹੜਾ ਉਹ ਦਾਖਲ ਹੋਣ ਦੇ ਆਸਾਰ ਤੇ ਆ ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੱਲੋਂ ਜਿਹੜੀ ਆ ਜਾਂ ਹੋਰ ਸੂਬੇ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਵੱਲੋਂ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਇਸ ਦੀ ਰੋਕਥਾਮ ਵਾਸਤੇ ਉਹ ਕਈ ਉਪਰਾਲੇ ਕੀਤੇ ਜਾ ਰਹੇ ਆ ਹੁਣ ਜਿਹੜਾ ਕੀ ਆ 에ਅਰ ਫੋਰਸ ਦੀ ਜਿਹੜੀ ਆ ਮਦਦ ਲਈ ਜਾ ਰਹੀ ਹੈ ਇਸ ਟਿੱਡੀ ਦਲ ਨੂੰ ਰੋਕਣ ਵਾਸਤੇ ਤਾਂ ਜੋ ਹੈਲੀਕਾਪਟਰ ਜਾਂ ਜਹਾਜ਼ ਰਾਹੀਂ ਉਸ ਟਿੱਡੀ ਦਲ ਦੇ ਉੱਪਰ ਜਿਹੜਾ ਦਵਾਈ ਦਾ ਜਿਹੜਾ ਛਿੜਕਾਅ ਕੀਤਾ ਜਾ ਸਕੇ ਜੀ ਪਰ ਉਹ ਤਾਂ ਦੇਖਣਾ ਕਿ ਜਦੋਂ ਛਿੜਕਾਅ ਕਰਨ ਥੱਲੇ ਜਿਹੜੇ ਸਾਡੇ ਘਰ ਆ ਲੋਕਾਂ ਦੇ ਜੀ ਜੀ ਕਿ ਉਹਨਾਂ ਦੇ ਉੱਤੇ ਉਹ ਦਵਾਈ ਦਾ ਕੋਈ ਅਸਰ ਮਨੁੱਖਤਾ ਤੇ ਨਾ ਪਵੇ ਮਾੜਾ ਅਸਰ ਨਾ ਪਵੇ ਹਾਂਜੀ ਉਹਦਾ ਖਿਆਲ ਰੱਖ ਕੇ ਹੀ ਕਰਨਾ ਚਾਹੀਦਾ ਜੀ ਜੀ ਕਿਉਂਕਿ ਇਹਦਾ ਛਿੜਕਾਅ ਜਾਂ ਤਾਂ ਉਹ ਜਿੱਦਾਂ ਖੇਤਾਂ ਵਿੱਚ ਹੈਗੇ ਆ ਜੀ ਜੀ ਤੇ ਖੇਤਾਂ ਵਿੱਚ ਕਰ ਸਕਦੇ ਆ ਛਿੜਕਾਅ ਪਰ ਜੇ ਇਸ ਤਰ੍ਹਾਂ ਜਿੱਥੇ ਬੱਸੋਂ ਆ ਜੀ ਜੀ ਉੱਥੇ ਛਿੜਕਾਅ ਕਰੂਗੇ ਤਾਂ ਫਿਰ ਸਾਡੀ ਜਿਹੜੇ ਚਲੋ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਫਸਲਾਂ ਨੂੰ ਤਾਂ ਬਚਾਇਆ ਜਾ ਸਕਦਾ ਤੇ ਆਪਣੇ ਕੇ ਖੋਲ ਖਬਰ ਜਿੱਦਾਂ ਕਿ ਕਾਫੀ ਮੁੱਦਾ ਜਿਹੜਾ ਭਖਿਆ ਸੀਗਾ ਪ੍ਰਵਾਸੀ ਮਜ਼ਦੂਰਾਂ ਦਾ ਹੁਣ ਜਿਹੜਾ ਸੁਪਰੀਮ ਕੋਰਟ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਕਿ ਹਰੇਕ ਜਿਹੜੀ ਸੂਬੇ ਦੀ ਸਰਕਾਰ ਆ ਉਹ ਇੱਕ ਮਜ਼ਦੂਰਾਂ ਵਾਸਤੇ ਹੈਲਪ ਜਾਂ ਮਦਦ ਕੇਂਦਰ ਜਿਹੜਾ ਕਿ ਮਜ਼ਦੂਰਾਂ ਵਾਸਤੇ ਖੋਲ੍ਹਿਆ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆ ਸਕੇ ਜੇਕਰ ਮਜ਼ਦੂਰ ਘਰ ਵਾਪਸ ਜਾਣਾ ਚਾਹੁੰਦਾ ਤਾਂ ਉਸ ਨੂੰ 15 ਦਿਨਾਂ ਦੇ ਅੰਦਰ ਉਹਨਾਂ ਨੂੰ ਉਹਨਾਂ ਦੇ ਜਿਹੜੇ ਘਰ ਭੇਜਿਆ ਜਾ ਸਕੇ ਉਹਨਾਂ ਨੂੰ ਟ੍ਰੇਨ ਮੁਹੱਈਆ ਕਰਵਾਈ ਜਾਵੇ ਤੇ ਉਹਨਾਂ ਦੀ ਜਿਹੜੀ ਆ ਸੁਰੱਖਿਅਤ ਜਿਹੜਾ ਉਹਨਾਂ ਨੂੰ ਰੱਖਿਆ ਜਾਵੇ ਇਹ ਜਿਹੜਾ ਕਿ ਸੁਪਰੀਮ ਕੋਰਟ ਵੱਲੋਂ ਮਜ਼ਦੂਰਾਂ ਦੇ ਹੱਕ ਵਿੱਚ ਜਿਹੜਾ ਕਿ ਫੈਸਲਾ ਲਿਆ ਗਿਆ ਜਿਹੜਾ ਕਿ ਤੇਜੀ ਲੋਕਡਾਊਨ ਦੌਰਾਨ ਮਜ਼ਦੂਰ ਜਿਹੜੇ ਕਿ ਕਈ ਪੈਦਲ ਹੀ ਘਰਾਂ ਨੂੰ ਸਾਈਕਲਾਂ 'ਤੇ ਨਿਕਲ ਗਏ ਸਨ ਉਹਨਾਂ 'ਤੇ ਜਿਹੜਾ ਸੀ ਕਿ ਸੋਸ਼ਲ ਡਿਸਟੈਂਸਿੰਗ ਜਾਂ ਹੋਰ ਲੋਕਡਾਊਨ ਦੀ ਜਿਹੜੀ ਆ ਧਾਰਾ 144 ਤੋੜਨ ਦੇ ਜਿਹੜੇ ਕੇਸ ਪਾਏ ਸਨ ਉਹ ਵੀ ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਖਤਮ ਕਰਨ ਦਾ ਭਰੋਸਾ ਜਿਹੜਾ ਮਜ਼ਦੂਰਾਂ ਦੇ ਹੱਕ ਵਿੱਚ ਦਿੱਤਾ ਕਿ ਤਾਂ ਜੋ ਇਸ ਮੁਸ਼ਕਿਲ ਘੜੀ ਦੇ ਵਿੱਚ ਉਹ ਮਜ਼ਦੂਰਾਂ ਦੇ ਹੱਕ ਵਿੱਚ ਜਿਹੜਾ ਕਿ ਉਹ ਖੜ ਸਕਣ ਤਾਂ ਜੋ ਕਿ ਮਜ਼ਦੂਰ ਹਰੇਕ ਮਤਲਬ ਕਿ ਜਿਹੜੀ ਵੀ ਆ ਖੇਤੀ ਹੁੰਦੀ ਆ ਜਾਂ ਕੋਈ ਕੰਮ ਹੁੰਦਾ ਆ ਆਉਂਦੇ ਆ ਜਾਂਦੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਸਕੇ ਹਾਂਜੀ ਇਹ ਚੰਗਾ ਸਟੈਪ ਆ ਜੀ ਤਾਂ ਸੁਪਰੀਮ ਕੋਰਟ ਦਾ ਕਿ ਉਹਨਾਂ ਨੇ ਤਾਂ ਮਜ਼ਦੂਰਾਂ ਵਾਸਤੇ ਸੋਚਿਆ ਤਾਂ ਸਹੀ ਜੀ ਜੀ ਕਿਉਂਕਿ ਕਿੰਨੇ ਦਿਨਾਂ ਤੋਂ ਕਿੰਨੇ ਮਹੀਨਿਆਂ ਤੋਂ ਪਰੇਸ਼ਾਨ ਹੋ ਰਹੇ ਆ ਜੀ ਜੀ ਆਪਣੇ ਘਰ ਜਾਣ ਲਈ ਜੀ ਜੀ ਤੇ ਕਈ ਤਾਂ ਵਿਚਾਰੇ ਬਿਮਾਰ ਪੈ ਗਏ ਜਿਹੜੇ ਇੱਥੋਂ ਤੁਰ ਕੇ ਗਏ ਆ ਜੀ ਜੀ ਇਹ ਰਸਤੇ ਵਿੱਚ ਹੀ ਦਮ ਤੋੜ ਗਏ ਰਸਤੇ ਵਿੱਚ ਆਪਾਂ ਇੱਕ ਗੱਲ ਦੱਸੀ ਸੀਗੀ ਕਿ ਇੱਕ ਵਿਚਾਰੀ ਮਾਂ ਰੇਲਵੇ ਸਟੇਸ਼ਨ ਉੱਤੇ ਹੀ ਭੁੱਖ ਦੇ ਨਾਲ ਮਾਗੀ ਬੱਚਾ ਵਿਚਾਰਾ ਚਾਦਰ ਚੁੱਕ ਮਾਂ ਨੂੰ ਜਗਾਉਂਦਾ ਰਿਹਾ ਉਹ ਕਿਸ ਤਰ੍ਹਾਂ ਦਾ ਭਿਆਨਕ ਸਮਾਂ ਹੋਵੇਗਾ ਕਿ ਜਿਨ੍ਹਾਂ ਨੇ ਉਹ ਮੈਨੂੰ ਯਕੀਨ ਹੈ ਕਿ ਜਿਨ੍ਹਾਂ ਨੇ ਵੀ ਉਹ
खबर वेखी होएगी उन्होंने दिल जोड़े जरूर बलूंदते गए होंगे वो सीन जोड़ा देख के। तो असीं चाहुंदे हां कि प्रवासी मजदूरों का जोड़ा सरकार हरेक सूबे की सरकार जोड़ा वो ख्याल रखे उन्होंने वास्ते जोड़े मदद केंद्र जोड़े आ जगह जगह ते सूबे सरकार वालों खुले जाने चाहिए तां जो उन्होंने मदद हो सके। तो एक होर हुणे अपने को खबर आई कि बरनाला विच कल रात तो एक प्राइवेट स्कूल के टीचर टैंक पानी वाली टैंकी के उपर चढ़े हुए हैं। उन्होंने एक ये इल्जाम आ कि स्कूल के प्रिंसीपल के उपर कि उन्होंने वालों जी बदसलूकी जी टीचरों के नाल की जाती है। ये भी एक मुद्दा जो पंजाब के विच इस तरह का हाँ जी तां कई जिहड़े स्कूलों के प्रिंसीपल है अपने जिहड़े टीचर्स है उन्होंने टॉर्चर करते हैं जी जी कि मानसिक भी ते रूहानी भी जी जी। पर ये हुण जिहड़ी नवीं अपडेट साडे को सामने आ रही है कि इस बरनाला प्राइवेट स्कूल का मुद्दा टीचर जिहड़े टैंकी ते चढ़े सन 5 टीचर उन्हों का परिवार थले बैठ के रोस प्रदर्शन कर रहा सी। पर हुण स्कूल के प्रिंसीपल वालों बयान दिता गया कि ये 5 टीचर स्कूल में काम नहीं करते सन। स्कूल के 125 टीचर ने 100 टीचर प्रिंसीपल के नाल 120 टीचर जो प्रिंसीपल के नाल ने तो 5 टीचर वक्रे ही ने। तो ये जो किते ना किते मसला जो सुलझदा हुण इस वेले नज़र आ रहा वो तो जदा टीचर जो मेजोरिटी तोड़ती ना टीचर ने कल वो जो 100-120 जिन्ने भी हाँ जी जोड़े रले आ मैडम के नाल अपने प्रिंसीपल मैडम के नाल रल गए हैं जी जी अंदरों अंदरी तो वो भी किते ना किते दुखी होने आ। चलो अपनी मजबूरी करके उन्होंने रलना पिया क्योंकि नौकरी जाती लगती है जी जी। पर जोड़े प्रिंसीपल है कई स्कूलों के आ जोड़े इस तरह का काम करते हैं तो उन्होंने नहीं करना चाहिए। हरेक की रोजी रोटी का मसला आ ते किसी भी तुसी परेशान ना करो क्योंकि अगला कमा के तुहाडे कोलों लैके जांदा कोई किसी नूं फ्री कुछ नहीं दिंदा जी। एक अपना ते जी जिहड़ा पंजाब दे विच काफ़ी लंबे समय तो जिहड़े रोस प्रदर्शन चल रहे आ कि प्राइवेट स्कूलों वालों जिहड़ा मतलब कि धक्के नाल बच्चों के मापियां कोलों जिहड़ा पैसा इकट्ठा करने की कोशिश चल रही है कि पता तो है कि लॉकडाउन दौरान कोई भी काम नहीं चल रहा सी बच्चे घर बैठे सन काम कोई चल रहा नहीं भुखमरी जी बढ़ चुकी है। आर्थिक जी मंदी पूरे देश में फैली हुई है। अज भी पूरे पंजाब के फीसा के मुद्दे लैके सरकार मीटिंग कर रही ने। अज भी शाम को 5 बजे जी मीटिंग जी सी दूसरी मीटिंग पंजाब सरकार हाई कोर्ट वालों जो ऐलान किया गया सी सरकारों के नुमाइंदे बच्चों के मापिया बैठ के जी मीटिंग ये उन्होंने चल रही है। पर उस तो बाद हजे तक कोई नतीजा अपने को अपडेट नहीं आई कि वो जो सरकारी स्कूलों वालों लगातार पुरजो बच्चों के मापिया तंग किया जा रहा वह हजे तक कोई हल निकलता नहीं नजर आ रहा। वो तो इदा है ना उन्होंने चाहिए कि ना पैसे उन्होंने को लैन बेचारे माँ प्यो कितों दोगे लॉकडाउन से तो फ्री बैठे सी घर जी जी। जे 2 महीने की फीस नहीं भी लोगे तो की हो जाऊगा जी जी है कि नहीं। 2 महीने बाद बच्चों ने जो अपने रेगुलर होना स्कूल ले जी जी उदों की फीस लैन जी जी। हाँ जी। तो कहना मतलब किते ना किते प्राइवेट स्कूलों जरूर चाहिए कि वो बच्चों के मापिया के नाल थोड़ी हमदर्दी रखन तां जो वो जिहड़े औखी घड़ी आ उस दे विच वो अपने जिहड़े कारोबार नूं दोबारा वो सैट कर सकदे। सारे पता कि सारे जिहड़े प्राइवेट स्कूलों वाले आ ना ये बच्चों अपने गवर्नमेंट स्कूल में पढ़ाई कराउण नहीं दिंदे जी जी। नहीं तुसी साडे कोलों कराओ असीं वध तो वध मदद करांगे। जिहड़े माँ-बाप हुंदे आ वो इन्हां दी चापलूसी च आ जांदे आ कि चलो जदों जे बच्चे वधिया पढ़ जूगे तां साडे बच्चे भी कल नूं चंगी नौकरी ते दे सकदे क्योंकि वो भरोसा दवा दिंदे ने इंग्लिश वधिया बोलूगे सहूलतां वाधू दिखा दिंदे आ कि वाधू दिखा दिंदे आ। पर हुंदा वो जदों बच्चे उत्थे लग जांदे आ ते फिर पता लगदा कि बच्चों नूं आए दिन उन्हां नूं फीस काट दे फीसा भेजते ही रहते हैं जानी किताबां दे नाम ते लुट बिजली दे टेलीफोन बिल बिल्डिंग फंड दे नाम ते कई तरह दे जनरेटर चलाते आ ओदे भी पैसे हां जी मतलब कि देखो फगवाड़ा शहर दे विच कदी बत्ती नहीं जाती जी जी ठीक है ना। पर वो फिर भी उन्होंने जेड़ा जनरेटर दा बिल है हर महीने पाया हुंदा जी जी भी कित्थे जनरेटर चलाते आ जी जी। ओदा वो भी नजायज बहुत सारे खर्चे आ जेड़े प्राइवेट स्कूलों वाले बच्चों को चार्ज करते आ माँ प्यो नूं वो नजायज पैसे भरने पैंदे ते पर माँ प्यो नूं ही चाहिए कि बच्चे जे तुसीं पंजाबी स्कूलों विच पढ़ाओ ते पंजाबी स्कूलों विच भी हुण बहुत वधिया पढ़े लिखे टीचर जेड़े आ वो बैठे आ और वधिया पढ़ाते भी आ और वधिया उन्हां दी जेड़ी ते नाले तुहानूं पंजाब बोर्ड विच कोई जॉब भी वधिया मिल जांदी ते तुसीं ਇਹ ਜਿਹੜੇ ਜਿਨ੍ਹਾਂ ਦੇ ਸੁਪਨੇ ਬਾਹਰ ਜਾਣ ਦੇ ਹੁੰਦੇ ਆ ਜੀ ਜੀ ਕੈਨੇਡਾ ਅਮਰੀਕਾ ਚ ਜਾ ਕੇ ਸੈੱਟ ਹੋਣ ਤੇ ਉਹ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਪੜ੍ਹਾ ਕੇ ਨਾ
ਤਾਂ ਫਿਰ ਇਹ ਮਸਲਿਆਂ 'ਚ ਖੜਦੇ ਆ। ਜੀ ਜੀ। ਤੇ ਇੱਕ ਹੋਰ ਜਿਸ ਤਰ੍ਹਾਂ ਕਿ ਤੇ ਜੀ ਆਪਣੇ ਆ ਕਰੋਨਾ ਤਾਂ ਇਸ ਵੇਲੇ ਪੂਰੀ ਦੁਨੀਆ ਵਿੱਚ ਛਾਇਆ ਹੋਇਆ, ਕਿਤੇ ਨਾ ਕਿਤੇ ਅੱਜ ਦੇ ਸਮੇਂ ਵਿੱਚ ਵੀ ਹੈ ਨਾ, ਪਹਿਲਾਂ ਜਿੱਦਾਂ ਸਮਿਆਂ ਵਿੱਚ ਮਿੱਟੀ ਦੇ ਭਾਂਡੇ ਜਿਹੜੇ ਚੱਲਦੇ ਹੁੰਦੇ ਸੀ, ਇਹ ਹੁਣ ਕਰੋਨਾ ਦੇ ਚੱਲਦਿਆਂ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਮਿੱਟੀ ਦੇ ਭਾਂਡਿਆਂ ਵੱਲ ਬਹੁਤ ਜ਼ਿਆਦਾ ਅੱਜ ਦੇ ਸਮੇਂ ਵਿੱਚ ਫਿਰ ਦੁਬਾਰਾ ਤੋਂ ਜਿਹੜਾ ਵੱਧਦਾ ਜਾ ਰਿਹਾ। ਹਾਂਜੀ, ਉਹ ਕਿਉਂਕਿ ਉਹ ਕਹਿੰਦੇ ਨੇ ਉਹਨਾਂ ਵਿੱਚ ਖਾਣਾ ਬਣਾਓ, ਬੋਡੀ ਲਈ ਵਧੀਆ ਰਹਿੰਦਾ ਹੈ। ਜੀ ਜੀ। ਤੇ ਚੰਗੀ ਗੱਲ ਹੈ ਕਿ ਘੜਿਆਂ ਵਿੱਚ ਆਪਾਂ ਪਾਣੀ ਰੱਖਦੇ ਹਾਂ, ਘੜੇ 'ਚ ਪਾਣੀ ਉਹ ਠੰਡਾ ਰਹਿੰਦਾ ਹੈ। ਜੀ ਜੀ। ਤੇ ਇਹ ਪਤਾ ਕਿੱਦਾਂ, ਚਾਹੇ ਕੋਈ ਵੀ ਕਿੰਨਾ ਅਮੀਰ ਹੋ ਜਾਏ, ਜੀ ਜੀ, ਚਾਹੇ ਕੋਈ ਕਿੰਨਾ ਗਰੀਬ ਹੋਵੇ, ਜਿਹੜੀ ਘਰ ਦੀ ਸਹੂਲਤ ਆ ਉਹ ਸਾਰਿਆਂ ਦੀ ਸੇਮ ਹੀ ਆ। ਜੀ ਜੀ। ਉਹਦੇ 'ਚ ਕੋਈ ਫਰਕ ਨਹੀਂ ਹੈਗਾ। ਘਰ ਦੇਖੋ, ਬੱਚਿਆਂ ਕੋ ਪਿਆਰ ਗਰੀਬ ਮਾਂ-ਬਾਪ ਨੂੰ ਵੀ ਚਾਹੀਦਾ, ਅਮੀਰ ਨੂੰ ਵੀ ਚਾਹੀਦਾ। ਜੀ ਜੀ। ਠੀਕ ਹੈ ਨਾ। ਤੇ ਜਿਹੜਾ ਘਰ ਦੀ ਸਾਫ ਸਫਾਈ ਬੱਚੇ ਕਰਦੇ ਆ, ਸਾਰਾ ਕੰਮ ਘਰ ਦਾ ਕਰਦੇ ਆ, ਮਾਂ ਪਿਓ ਨੇ ਸਿਖਾਇਆ ਹੁੰਦਾ ਸਾਰਾ ਕੰਮ ਕਰਨਾ। ਜੀ ਜੀ। ਤੇ ਇਹ ਅਮੀਰ ਬੱਚਿਆਂ ਦੇ, ਜਿਹੜੇ ਅਮੀਰ ਬੱਚੇ ਉਹ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਨੌਕਰ ਕਰ ਜਾਂਦੇ ਆ। ਪਰ ਸਾਡੇ ਇਹਦੇ ਸਾਰਾ ਕੰਮ ਹੱਥੀਂ ਗਰੀਬ ਬੱਚੇ ਕਰਦੇ ਆ ਤੇ ਮਾਂ-ਬਾਪ ਦੀ ਇੱਜ਼ਤ ਮਾਣ ਵੀ ਕਰਦੇ ਆ। ਜੀ ਜੀ। ਤੇ ਜਿਹੜਾ ਇਹ ਕੱਲ ਨੂੰ ਜਿਹੜਾ ਮੁੱਦਾ ਜਿਹੜਾ ਅਮੀਰ ਲੋਕਾਂ ਦਾ ਖੜਾ ਹੋ ਜਾਂਦਾ ਕਿ ਉਹ ਫਿਰ ਮਾਂ-ਬਾਪ ਨੂੰ ਪੁੱਛਦੇ ਨਹੀਂ। ਜੀ ਜੀ। ਇੱਥੇ ਕਿੰਨੇ ਲੋਕ ਆ ਜਿਹੜੇ ਅਮੀਰ ਆ ਔਰ ਉਹਨਾਂ ਨੇ ਮਾਂ-ਬਾਪ ਨੂੰ ਬਾਹਰ ਕੱਢਿਆ ਹੋਇਆ ਘਰੋਂ। ਜੀ ਜੀ। ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਗੱਲ ਕਰਨਾ। ਨਹੀਂ, ਅਸੀਂ ਅੱਜ ਵੀ ਚਲੇ ਜਾਈਏ ਬਿਰਧ ਆਸ਼ਰਮ ਦੇ ਵਿੱਚ ਕਿਤੇ ਇਹ ਖਰੇ ਮਤਲਬ ਕਿ ਜਿਹੜੇ ਮਤਲਬ ਕਿ ਆਪਣੇ ਆਪ ਚੰਗੇ ਕਹਾਉਂਦੇ ਨੇ, ਉਹਨਾਂ ਦੇ ਜਿਹੜੇ ਮਾਪਿਓ ਆ ਉਹ ਆਸ਼ਰਮ ਵਿੱਚ ਰਹਿੰਦੇ ਆ ਕਿਉਂਕਿ ਉਹਨਾਂ ਨੇ ਦੇਖੋ ਕਿੱਦਾਂ ਮਿਹਨਤਾਂ ਕਰਕੇ ਉਹਨਾਂ ਨੂੰ ਪੜ੍ਹਾ ਕੇ ਅਫਸਰ ਬਣਾਇਆ, ਪਰ ਉਹ ਅਫਸਰ ਬਣ ਕੇ ਅੱਜ ਆਪਣੇ ਮਾਂ-ਬਾਪ ਨੂੰ ਸੇਵਾ ਕਰਨੀ, ਇੱਕ ਗਲਾਸ ਇੱਕ ਪਾਣੀ ਦਾ ਫੜਾਉਣਾ ਵੀ ਉਹਨਾਂ ਲਈ ਔਖਾ ਲੱਗਦਾ। ਮੈਂ ਇੱਕ ਆਸ਼ਰਮ ਦੇ ਵਿੱਚ ਇੱਕ ਮਤਲਬ ਕਿ ਇਨਸਾਨ ਨੂੰ ਮਿਲਿਆ, ਉਸਨੇ ਦੱਸਿਆ ਕਿ ਮੇਰੀ ਬੇਟੀ ਕਿਤੇ ਵਕੀਲ ਲੱਗੀ ਹੋਈ ਆ, ਉਸਦਾ ਬੇਟਾ ਬਹੁਤ ਹੀ ਵਧੀਆ ਦੁੱਧ ਦਾ ਕੰਮ ਕਰਦਾ, ਪਰ ਉਹ ਅੱਜ ਜਿਹੜਾ ਘਰ ਦੀ ਪਰੇਸ਼ਾਨੀ ਨੂੰ ਲੈ ਕੇ ਉਹ ਅੱਜ ਘਰੋਂ ਬਾਹਰ ਆਸ਼ਰਮ ਵਿੱਚ ਰਹਿਣ ਨੂੰ ਮਜਬੂਰ ਹੋਇਆ। ਹਾਂਜੀ, ਉਹੀ ਕਿ ਬੱਚੇ ਪਿਆਰ ਨਹੀਂ ਕਰਦੇ ਮਾਂ-ਬਾਪ ਨੂੰ। ਇਹ ਤਾਂ ਬੱਚੇ ਤਾਂ ਪਰਮਾਤਮਾ ਨੂੰ ਵੀ ਨਹੀਂ ਪਿਆਰ ਕਰਦੇ। ਇੱਕ ਇਹਨਾਂ ਨੇ ਜਾਣੀ ਕਿ ਜਿਹੜੀ ਜੌਬ ਆ ਜਾਂ ਜਿਹੜੀ ਪੜ੍ਹਾਈ ਉਹਨੂੰ ਸਿਰਫ ਇੱਕ ਅਹੁਦਾ ਬਣਾ ਲਿਆ। ਜੀ ਜੀ। ਕਿ ਇਹ ਪੈਸੇ ਦੇਣ ਵਾਲਾ ਅਹੁਦਾ ਆ ਤੇ ਪੈਸੇ ਲਓ ਤੇ ਪੈਸੇ ਨਾਲ ਹੀ ਸਭ ਕੁਝ ਜਿਹੜਾ ਖਰੀਦਿਆ ਜਾ ਸਕਦਾ, ਪੈਸੇ ਨਾਲ ਹੀ ਸਾਰਾ ਕੁਝ ਸੈੱਟ ਕੀਤਾ ਜਾ ਸਕਦਾ। ਪਰ ਪਰਮਾਤਮਾ ਦੇ ਘਰ ਪੈਸਾ ਨਹੀਂ ਚੱਲਦਾ। ਉੱਥੇ ਤੁਹਾਡੀ ਆਤਮਾ ਦੀ ਹੀ ਕੀਮਤ ਲੱਗਣੀ ਹੈ ਕਿ ਤੁਸੀਂ ਆਪਣੇ ਆਤਮਾ ਤੋਂ ਕਿੰਨੇ ਪਰਮਾਤਮਾ ਨੂੰ ਸਮਰਪਣ ਹੈ। ਜੀ। ਕਹਿਣ ਦਾ ਮਤਲਬ, ਚਲੋ ਦੋਸਤੋ ਸਮਾਂ ਹੋ ਚੱਲਿਆ ਤੁਹਾਡੇ ਕੋਲ ਵਿਦਾ ਲੈਣ ਦਾ। ਅੱਜ ਦੀ ਕਰੋਨਾ ਅਪਡੇਟ ਤੁਹਾਡੇ ਰੂਬਰੂ ਅਸੀਂ ਅੱਜ ਜਿਹੜੀ ਪੂਰੇ ਦਿਨ ਦਾ ਹਾਲ ਜਿਹੜਾ ਤੁਹਾਨੂੰ ਦੱਸਿਆ, ਕੱਲ੍ਹ ਨੂੰ ਫਿਰ ਤੁਹਾਡੇ ਰੂਬਰੂ ਹੋਵਾਂਗੇ ਕਰੋਨਾ ਦਾ ਪੂਰੇ ਦਿਨ ਦਾ ਹਾਲ ਲੈ ਕੇ। ਪਰ ਜਾਣ ਤੋਂ ਪਹਿਲਾਂ ਆਪਾਂ ਆਪਣੇ ਤਹਿਲਕਾ ਪੰਜਾਬ ਦੇ ਦਰਸ਼ਕਾਂ ਵਾਸਤੇ ਤੇਜੀ ਜੀ ਹੁਣਾਂ ਕੋਲੋਂ ਇੱਕ ਸੰਦੇਸ਼ ਜ਼ਰੂਰ ਲੈਣਾ ਚਾਹਾਂਗੇ। ਸਾਡਾ ਸੰਦੇਸ਼ ਆ ਦੇਸ਼ ਵਾਸੀਆਂ ਲਈ ਕਿ ਤੁਸੀਂ ਆਪਣੇ ਘਰ ਰਹੋ ਹਾਲੇ ਜਦ ਤੱਕ ਪੂਰੀ ਤਰ੍ਹਾਂ ਬਿਮਾਰੀ ਜਿਹੜੀ ਆ ਖਤਮ ਨਹੀਂ ਹੋ ਰਹੀ ਜੀ। ਤੇ ਸਾਰੇ ਮੈਂਬਰਾਂ ਦਾ ਇੱਕ ਦੂਸਰੇ ਦਾ ਖਿਆਲ ਰੱਖੋ। ਗਰਮ ਪਾਣੀ ਪੀਓ ਘਰ ਆ ਕੇ ਜੀ। ਅਦਰਕ ਦੀ ਚਾਹ ਪੀਓ, ਉਹਦੇ ਨਾਲ ਵੀ ਬੋਡੀ ਗਰਮ ਰਹਿੰਦੀ ਆ ਜੀ। ਤੇ ਤੁਸੀਂ ਆਪਣਾ ਖਿਆਲ ਰੱਖੋ। ਬਾਹਰ ਜਾਂਦੇ ਆਪਣਾ ਜਿਹੜਾ ਸਮਾਨ ਆ ਲੈ ਕੇ ਜਾਓ, ਮਾਸਕ ਪਾ ਕੇ ਜਾਓ, ਗਲਵਸ ਪਾ ਕੇ ਜਾਓ। ਘਰ ਆਉਂਦੇ ਆ ਆਪਣੇ ਹੱਥ ਧੋਵੋ ਸਾਬਣ ਦੇ ਨਾਲ ਤੇ ਆਪਣਾ ਖਿਆਲ ਰੱਖੋ, ਦੂਜਿਆਂ ਦਾ ਵੀ ਖਿਆਲ ਰੱਖੋ ਔਰ ਦੇਸ਼ ਨੂੰ ਸੁਰੱਖਿਅਤ ਬਣਾਓ। ਜੀ ਜੀ। ਸੋ ਦੋਸਤੋ ਤੇਜੀ ਜੀ ਹੁਣਾਂ ਦਾ ਇਹੀ ਕਹਿਣਾ ਕਿ ਘਰੋਂ ਬਾਹਰ ਜਾਂਦੇ ਹੋ ਮਾਸਕ ਪਾ ਕੇ ਜਾਓ, ਬੇਵਜ੍ਹਾ ਆਪਣੇ ਚਲਾਨ ਨਾ ਕਟਾਓ, ਆਪ ਸੁਰੱਖਿਅਤ ਰਹੋ, ਦੂਸਰਿਆਂ ਨੂੰ ਸੁਰੱਖਿਅਤ ਰੱਖੋ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ ਤੇ ਜਿੰਨਾ ਹੋ ਸਕੇ ਘਰੋਂ ਬਾਹਰ ਜਾਂਦੇ ਹੋ ਜਾਂ ਘਰ ਵਾਪਸ ਆਉਂਦੇ ਹੋ ਤਾਂ ਬਾਰ-ਬਾਰ ਆਪਣੇ ਹੱਥ ਜਿਹੜੇ ਆ ਜ਼ਰੂਰ ਧੋਵੋ। ਤੋ ਦੋਸਤੋ ਮੈਨੂੰ ਯਕੀਨ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਪੂਰੇ ਦਿਨ ਦਾ ਹਾਲ ਜਿਹੜਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਸੀ ਕਿ ਸਾਨੂੰ ਕਮੈਂਟਾਂ ਰਾਹੀਂ ਤੁਸੀਂ ਜ਼ਰੂਰ ਦੱਸਣਾ ਕਿ ਹੋਰ ਕੋਈ ਜੇ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਾਡਾ ਕੰਟੈਕਟ ਨੰਬਰ ਟੀਵੀ ਸਕਰੀਨ 'ਤੇ ਚੱਲ ਰਿਹਾ, ਤੁਸੀਂ ਉਸ 'ਤੇ ਫੋਨ ਕਰਕੇ ਸਾਨੂੰ ਸੁਝਾਅ ਵੀ ਦੇ ਸਕਦੇ ਹੋ। ਤਾਂ ਜੇ ਕੋਈ ਸਾਡਾ ਸੱਜਣ ਮਿੱਤਰ ਜਾਂ ਭੈਣ ਜਾਂ ਭਰਾ ਇਹ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦਾ। ਤੇ ਤੇਜੀ ਜੀ ਹੁਣ ਸਮਾਂ ਹੋ ਚੱਲਿਆ ਵਿਦਾ ਲੈਣ ਦਾ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਤੇ ਦੋਸਤੋ ਕੱਲ੍ਹ ਨੂੰ ਫਿਰ ਤੁਹਾਡੇ ਰੂਬਰੂ ਲੈ ਕੇ ਆਵਾਂਗੇ ਕਰੋਨਾ ਦੀ ਨਵੀਂ ਅਪਡੇਟ ਤੇ ਕੱਲ੍ਹ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।